ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਪੁਰਸਹੁ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆ, ਦੂਜੈ ਲੱਗਾ ਹੇਤ। ਲੱਖ ਸੀਗਾਰ ਬਣਾਇਆ, ਕਾਰਜ ਨਾਹੀ ਕੇਤ। ਭਾਦੋਏ ਭਰਮ ਭੁਲਾਣੀਆ, ਦੂਜੈ ਲੱਗਾ ਹੇਤ। ਲੱਖ ਸੀਗਾਰ ਬਣਾਇਆ, ਕਾਰਜ ਨਾਹੀ ਕੇਤ। ਜੇਤ ਦਿਨ ਦੇਹ ਬਿਨਸੀ, ਤਿਤ ਵੇਲੇ ਕਹਿਸਨ ਪ੍ਰੇਤ। ਪਕੜ ਚਲਾਇਨ ਦੂਤ ਜਾਮ, ਕਿਸੈ ਨ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤ। ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਭਾਦੋਏ ਭਰਮ ਭੁਲਾਣੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਦਇਆ ਨਿਧ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਗੁਰੂ ਗਰੀਬ ਨਵਾਜ। ਨੇਚਲ ਚੌਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲ ਬਣਾਇਆ ਹੈ। ਆਪ ਸਰਬੱਤ ਸੰਗਤ ਦੇ ਹਿਰਦੇ ਅੰਦਰ ਭਲੀ ਭਾਂਤ ਬਿਦਤ ਹੈ ਕਿ ਅੱਜ ਭਾਦਰੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀਆਂ ਦੇ ਚਲਾਏ ਹੋਏ ਗਾਡੀ ਰਾਹ ਮਹਾਨ ਵਿਧੀ ਵਿਧਾਨ ਮਰਿਆਦਾ ਅਨੁਸਾਰ ਸਭ ਗੁਰੂ ਘਰਾਂ ਅੰਦਰ ਸੰਗਤਾਂ ਜੁੜ ਬੈਠਦੀਆਂ 12 ਮਾਹ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹ ਸੁਣ ਕਰਕੇ ਆਪਣੇ ਸਮੇਂ ਨੂੰ ਮਨੁੱਖਾ ਜਾਮੇ ਨੂੰ ਸਫਲ ਬਣਾਉਂਦੇ ਹਾਂ। ਆਪ ਜੀ ਵੀ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਮਹਾਰਾਜ ਦੇ ਸੱਜ ਰਹੇ ਦੀਵਾਨ ਅੰਦਰ ਬੜੇ ਪ੍ਰੇਮ ਸ਼ਰਧਾ ਸਹਿਤ ਜੁੜ ਬੈਠੇ ਹੋ।
ਹਰ ਵਾਰ ਮਹੀਨੇ ਦੀ ਤਰ੍ਹਾਂ ਇੱਕ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਆਪਾਂ ਸਰਵਣ ਕੀਤੇ। ਮਹਾਰਾਜ ਸਤਿਗੁਰਾਂ ਮਹਾਨ ਬਖਸ਼ਿਸ਼ ਕੀਤੀ, ਜਿਸ ਪਾਵਨ ਗੁਰਬਾਣੀ ਦੀ ਆਰੰਭਤਾ ਸਾਨੂੰ ਨਾਮ ਜਪਣ ਵਾਸਤੇ ਪ੍ਰੇਰਦੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਵੇਖ ਪ੍ਰਾਣੀ, ਪਹਾੜ ਜਿਹੜੀ ਮਨੁੱਖਾ ਉਮਰ ਜਿਹੜੀ ਹੈ ਉਸ ਪਿੱਛੇ ਲੈ ਵੇਖ ਕਿੰਨੀ ਉਮਰ ਵਿਅਰਥ ਗਵਾ ਦਿੱਤੀ। ਸਭ ਕੁਝ ਯਾਦ ਹੈ, ਆਹਰ ਸਭ ਕਰਦਾ ਫਿਰੈ। ਸਾਰੇ ਉਦਮ ਕਰਨੇ ਆਉਂਦੇ ਹੈ, ਸਾਰੇ ਕਾਰਜ ਕਰਨ ਦਾ ਇਸ ਪ੍ਰਾਣੀ ਨੂੰ ਵੱਲ ਹੈ। ਜੇ ਨਹੀਂ ਵੱਲ ਚੱਜ ਢੰਗ ਤੋ ਕੇਵਲ ਤੇ ਕੇਵਲ ਨਾਮ ਜਪਣ ਦਾ ਹੈ, ਆਹਰ ਇੱਕ ਨਾ ਹੋਏ। ਤੋ ਕਲਯੁਗ ਦੇ ਸਮੇਂ ਅੰਦਰ ਸਾਧ ਸੰਗਤ ਵੱਡੇ ਭਾਗ ਉਸਦੇ ਹੈ ਜਿਹਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਕਿਉਂਕਿ ਸੰਗਤ ਇੱਕ ਮਾਤਰ ਐਸਾ ਸਾਧਨ ਹੈ ਜਿਹਦੇ ਵਿੱਚ ਬਹਿ ਕਰਕੇ ਮਹਾਰਾਜ ਦੀ ਸਿੱਖਿਆ ਉਪਦੇਸ਼ ਸੁਣਦਿਆਂ ਹੋਇਆਂ ਤਨ ਮਨ ਦੀ ਮੈਲ ਕੱਟ ਲਈ ਦੀ ਹੈ। ਭਗਤ ਕਬੀਰ ਸਾਹਿਬ ਜੀ ਸੰਗਤ ਦੀ ਵਡਿਆਈ ਕਰਦੇ ਹੋਏ ਇੱਥੋਂ ਤੀਕਰ ਕਹਿ ਰਹੇ ਹੈ, ਸਾਧ ਸੰਗ ਬੈਕੁੰਠੇ ਆਹੇ। ਜਿੱਥੇ ਮਹਾਰਾਜ ਦਾ ਨਾਮ ਸਿਮਰਨ ਕੀਤਾ ਜਾਂਦਾ ਹੈ ਉਸੇ ਦਾ ਨਾਮ ਬੈਕੁੰਠ ਹੈ, ਸਵਰਗ ਹੈ। ਹੋਰ ਸਵਰਗ ਕਿਤੇ ਨਹੀਂ। ਜਿੱਥੇ ਨਾਮ ਜਪਿਆ ਜਾਂਦਾ ਹੈ, ਜਿੱਥੇ ਸਿਮਰਨ ਹੋ ਰਿਹਾ ਹੈ, ਕੋ ਗੁਰਮੁਖ ਪਿਆਰੇ ਜੁੜ ਬੈਠੇ ਹਨ, ਉਸੇ ਦਾ ਨਾਮ ਖਾਲਸਾ ਦੀ ਬੈਕੁੰਠ ਹੈ, ਉਸੇ ਦਾ ਨਾਮ ਸਵਰਗ ਹੈ। ਤੋ ਆਪ ਵਡਭਾਗੇ ਹੋ ਜਿਨਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਸੁਖ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਮਨ ਦੇ ਮੂੰਹ ਜੋੜ ਕੇ ਬੈਠੇ ਹਾਂ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ, ਜੋ 12 ਮਹਾਂ ਗੁਰੂ ਬਾਣੀ ਦੁਆਰਾ ਗੁਰੂ ਅਰਜਨ ਦੇਵ ਸਾਹਿਬ ਜੀਆਂ ਹਰੇਕ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਭਾਦਰੋਂ ਮਹੀਨੇ ਦੁਆਰਾ ਮਹਾਰਾਜ ਜੀ ਕੀ ਸਾਨੂੰ ਮਿਹਰਾਮਤ ਕਰ ਰਹੇ ਹੈ, ਸਰਵਣ ਕਰਕੇ ਅਸੀਂ ਵੀ ਇਹ ਜਾਣ ਲਈਏ ਕਿ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਡੀ ਮੱਤ ਵਿੱਚ ਵੀ ਸ਼ੁਭ ਵਿਚਾਰ ਰਤਨਾਂ ਜਵਾਹਰਾਤਾਂ ਵਰਗਾ ਅਨੁਭਵ ਆਨੰਦ ਪੈਦਾ ਹੋਵੇ। ਮਹਾਰਾਜ ਸਾਨੂੰ ਵੀ ਉਪਦੇਸ਼ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ। ਤੋ ਚੰਦ ਸਮੇਂ ਵਾਸਤੇ ਭਾਦਰੋਂ ਦੇ ਮਹੀਨੇ ਦੁਆਰਾ 12 ਮਹਾਂ ਗੁਰਬਾਣੀ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਪਾਤਸ਼ਾਹ ਜੀਆਂ 7ਵੀਂ ਇਸ ਪੌੜੀ ਵਿੱਚ ਕੀ ਮਿਹਰ ਬਖਸ਼ਿਸ਼ ਕੀਤੀ ਹੈ, ਚਿੱਤ ਬਿਰਤੀ ਇਕਾਗਰ ਕਰੋ। ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ, ਭਾਦੋਏ ਭਰਮ ਭੁਲਾਣੀਆ, ਦੂਜੈ ਲੱਗਾ ਹੇਤ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਭਾਦਰੋਂ ਦੇ ਮਹੀਨੇ ਦੁਆਰਾ ਖਾਲਸਾ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਭਾਦਰੋਂ ਦਾ ਮਹੀਨਾ ਖਾਲਸਾ ਜੀ ਦਾ ਸੁਭਾਅ ਹੈ, ਕਿਵੇਂ ਤਮਾਸ਼ੇ ਲੱਗਦੇ ਹੈ। ਤੋ ਸਾਰੇ ਜੀਵ ਜਿਹੜੇ ਵਿਆਕੁਲ ਹੁੰਦੇ ਇਸ ਮਹੀਨੇ ਦੁਆਰਾ। ਇਸੇ ਤਰ੍ਹਾਂ ਖਾਲਸਾ ਜੀ ਕਲਯੁਗ ਦਾ ਸਮਾਂ ਭਾਦਰੋਂ ਦਾ ਮਹੀਨਾ ਹੈ। ਤਮਾਸ਼ੇ ਲੱਗਣ ਰੂਪ ਜਿਹੜਾ ਜਿਵੇਂ ਜਿਹਨੂੰ ਹੁਮਸ ਕਹਿੰਦੇ ਆ, ਗੁੰਮ ਬਣਦਾ ਹੈ, ਉਹ ਤਮਾਸ਼ੇ ਲੱਗਣ ਰੂਪ ਖਾਲਸਾ ਜੀ ਜਿਹੜੀ ਤ੍ਰਿਸ਼ਨਾ ਹੈ ਉਹ ਆ ਰਹੀ ਹੈ ਕਲਯੁਗ ਦੇ ਸਮੇਂ ਅੰਦਰ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਉਰੀ। ਕਲਯੁਗ ਦੀ ਦਾਵਾ ਅਗਨ ਨੇ, ਤ੍ਰਿਸ਼ਨਾ ਦੀ ਅੱਗ ਨੇ ਸਾਰਿਆਂ ਦੇ ਮਨ ਸਾੜੇ ਹੈ, ਕੋਈ ਹਰਿਆ ਬੂਟ ਰਹੇ ਉਰੀ। ਜਿਵੇਂ ਜੰਗਲ ਨੂੰ ਅੱਗ ਪੈਂਦੀ ਹੈ ਉਦੋਂ ਖਾਲਸਾ ਜੀ ਕੋਈ ਹਰਿਆ ਬੂਟਾ ਹੁੰਦਾ ਜਿਹੜਾ ਕੋਈ ਧਰਤੀ ਦੀ ਛਾਤੀ ਨਾਲ ਲੱਗਿਆ ਉਹ ਬਚ ਰਹਿੰਦਾ ਹੈ, ਬਾਕੀ ਸਾਰਾ ਜੰਗਲ ਸੜ ਕੇ ਸੁਆਹ ਹੋ ਜਾਂਦਾ ਹੈ, ਕੋਈ ਹਰਿਆ ਬੂਟਾ ਬਚਦਾ ਹੈ। ਇਸ ਤਰ੍ਹਾਂ ਕਲਯੁਗ ਦੇ ਸਮੇਂ ਅੰਦਰ
ਸਮਾਂ ਵਰਤਾਰਾ ਹੀ ਇਹੋ ਜਿਹਾ ਆਖਣ ਔਖਾ ਸਾਚਾ ਨਾਉ। ਸਾਰਿਆਂ ਤੋਂ ਔਖਾ ਕਾਰਜ ਜਿਹੜਾ ਨਾਮ ਜਪਣਾ ਹੈ। ਜਿਸ ਕਰਕੇ ਅੱਜ ਸਭ ਪ੍ਰਾਣੀ ਮਨ ਦੀ ਹਾਲਤ ਇਹ ਹੈ ਕਿ ਕੋਈ ਹੋਰ ਕਾਰਜ ਚਾਹੇ ਤੁਸੀਂ 10 ਘੰਟੇ 15-20 ਘੰਟੇ ਲਗਾਤਾਰ 24-24 ਘੰਟੇ ਵੀ ਕਰ ਸਕਦੇ ਹੋ, ਮਨ ਕਦੇ ਅੱਕੇਗਾ ਨਹੀਂ। ਪਰ ਨਾਮ ਸੁਣਨ ਵਾਸਤੇ, ਨਾਮ ਜਪਣ ਵਾਸਤੇ 5-7-10 ਮਿੰਟ ਵਿੱਚ ਮਨ ਵਿਆਕੁਲ ਹੋ ਜਾਂਦਾ। ਤੋ ਇਹਦਾ ਕਾਰਨ ਇਹ ਹੈ, ਜਿਹੜਾ ਸੋਨਾ ਹੁੰਦਾ ਹੈ ਉਹ ਸੁਨਿਆਰ ਜਦੋਂ ਕਠਾਲੀ 'ਚ ਪਾਉਂਦਾ ਹੈ ਅਤੇ ਭੱਜ ਭੱਜ ਕੇ ਕੰਢਿਆਂ ਨੂੰ ਚੜ੍ਹਦਾ ਜਦੋਂ ਹੇਠਾਂ ਅੱਗ ਬਲਦੀ ਹੈ। ਉਹ ਸੋਨਾ ਚਾਹੁੰਦਾ ਹੈ ਵੀ ਮੈਂ ਕਠਾਲੀ ਛੱਡ ਕੇ ਬਾਹਰ ਡਿੱਗ ਪਵਾਂ। ਕਿੰਨਾ ਚਿਰ ਕੰਢਿਆਂ ਨੂੰ ਚੜ੍ਹਦਾ ਹੈ? ਜਿੰਨਾ ਸਮਾਂ ਸੋਨੇ ਵਿੱਚ ਮੈਲ ਹੁੰਦੀ ਹੈ। ਜਦੋਂ ਸੋਨੇ ਦੀ ਮੈਲ ਜਿਵੇਂ ਜਿਵੇਂ ਸੜਦੀ ਜਾਂਦੀ ਅੱਗ ਦੀ ਲਾਟ ਨਾਲ, ਉੱਦਾਂ ਉੱਦਾਂ ਸੋਨਾ ਸ਼ੁੱਧ ਹੁੰਦਾ ਜਾਂਦਾ, ਜਿਹਨੂੰ 24 ਕੈਰਟ ਜਾਂ 12 ਵੰਨੀ ਦਾ ਸੋਨਾ ਕਹਿੰਦੇ ਆ। ਜਦੋਂ 12 ਵੰਨੀ ਜਾਂ 24 ਕੈਰਟ ਬਣ ਜਾਂਦਾ ਹੈ, ਫਿਰ ਅੱਗ ਦੀ ਲਾਟ ਉਸੇ ਕੁਠਾਲੀ ਵਿੱਚ ਐਨ ਸੋਨਾ ਇੱਕ ਰਸ ਟਿਕ ਜਾਂਦਾ। ਸੋਨੇ ਦੇ ਸਦਰਸ ਖਾਲਸਾ ਜੀ ਸਾਡੇ ਮਨ ਹੈ, ਸਾਧ ਸੰਗਤ ਕੁਠਾਲੀ ਹੈ। ਮਹਾਰਾਜ ਦੀ ਗੁਰਬਾਣੀ ਉਪਦੇਸ਼ ਅੱਗ ਦੀ ਲਾਟ ਹੈ। ਜਦੋਂ ਬਲਦੀ ਹੈ ਨਾ ਤੋ ਮਨ ਖਹਿੜਾ ਛਡਾਉਂਦਾ ਸੰਗਤ ਤੋਂ। ਕਿਹੜਾ ਵੇਲਾ ਹੋਵੇ ਵਿੱਚ ਉੱਠ ਕੇ ਤੁਰ ਜਾਈਏ, ਕਿਵੇਂ ਇੱਥੋਂ ਖਹਿੜਾ ਛੁੱਟੇ। ਬਾਣੀ ਸੁਣਨੀ ਔਖੀ ਲੱਗਦੀ ਹੈ, ਮਨ ਜਿਹੜਾ ਉਹ ਭੱਜ ਭੱਜ ਬਾਹਰ ਨੂੰ ਜਾਵੇਗਾ। ਪਰ ਇਹ ਸੋਚਣਾ ਚਾਹੀਦਾ ਹੈ ਵੀ ਜਿੰਨਾ ਮਨ ਦੁਖੀ ਹੁੰਦਾ ਹੈ ਨਾ, ਨਾਮ ਸੁਣ ਕੇ ਸਮਝੋ ਮਨ ਦੀ ਮੈਲ ਕੱਟੀ ਜਾ ਰਹੀ ਹੈ। ਕਿਉਂਕਿ ਸੋਨੇ ਦੀ ਜਿੰਨੀ ਮੈਲ ਵੱਧ ਹੁੰਦੀ, ਸੋਨੇ ਵਿੱਚ ਓਨਾ ਹੀ ਜ਼ਿਆਦਾ ਔਖਾ ਹੁੰਦਾ ਲਾਟ 'ਤੇ ਕਠਾਲੀ ਵਿੱਚ। ਤੋ ਇਸ ਲਈ ਜਿੰਨਾ ਮਨ ਸੰਗਤ ਵਿੱਚ ਬਹਿ ਕੇ ਜ਼ਿਆਦਾ ਦੁਖੀ ਹੁੰਦਾ, ਵਿਆਕੁਲ ਹੁੰਦਾ ਹੈ, ਸਮਝ ਲੈਣਾ ਚਾਹੀਦਾ ਵੀ ਮੇਰੇ ਮਨ ਵਿੱਚ ਇਸ ਮਨ ਨੂੰ ਜਿਹੜੀ ਵੈ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਣ ਕਰਕੇ ਇਹੋ ਸਰੀਰ ਕੂੜ ਕੁਸੱਤ ਭਰਿਆ, ਗਲਤਾਈ ਪਾਪ ਕਮਾਏ। ਇਸ ਜਨਮ ਦੇ ਪਾਪ ਗਿਣੀਏ ਖਾਲਸਾ ਜੀ, ਆਪਦੇ ਮਨ ਵਿੱਚ ਜੇ ਸਵੈ ਪੜਚੋਲ ਕਰੀਏ ਗਿਣੇ ਨਹੀਂ ਜਾਣਗੇ। ਅਤੇ ਪਿੱਛੋਂ ਲੈ ਕੇ ਕਿੰਨੇ ਜਨਮ ਭੋਗ ਆਏ ਹੈ, ਉਹਦੀ ਜਗ੍ਹਾ ਨਿਗਾਹ ਮਾਰ ਕੇ ਵੇਖੀ ਉਹਦਾ ਲੇਖਾ ਕਿਵੇਂ ਹੋਵੇਗਾ। ਇਕੱਲੇ ਮਨੁੱਖਾ ਐਸ ਜਾਮੇ ਦੀ ਪਾਪ ਨਹੀਂ ਮਾਣ, ਇੱਕ ਦਿਨ ਵਿੱਚ ਕਿੰਨੇ ਪਾਪ ਅਚੇਤ ਚੇਤ ਹੋ ਜਾਂਦੇ ਹੈ, ਉਹਦਾ ਹਿਸਾਬ ਰੱਖਣਾ ਔਖਾ ਹੈ। ਅਤੇ ਸਾਰੀ ਉਮਰ ਅਤੇ ਇਹਦੋਂ ਇਲਾਵਾ ਪਿਛਲੀਆਂ ਜੂਨੀਆਂ ਵਿੱਚ ਕੀ ਕੁਝ ਕੀਤਾ। ਇਸ ਕਰਕੇ ਜਦੋਂ ਨਾਮ ਸੁਣੀਦਾ ਹੈ, ਮਨ ਕਾਹਲਾ ਪੈਂਦਾ ਸੰਗਤ ਵਿੱਚੋਂ। ਅਤੇ ਮਨ ਦੀ ਸ਼ਾਂਤੀ ਜੇ ਆਖੀ ਇੱਥੋਂ ਉੱਠ ਕੇ ਮਿਲ ਜਾਵੇਗੀ, ਬਾਹਰ ਜਾ ਕੇ ਸ਼ਾਂਤੀ ਤਾਂ ਨਹੀਂ ਹੈ। ਮਹਾਰਾਜ ਸਤਿਗੁਰਾਂ ਦੀ ਸੰਗਤ ਤੋਂ ਜੂਹ ਤੋਂ ਬਾਹਰ ਤਾਂ ਖਾਲਸਾ ਜੀ ਹਾਏ ਹਾਏ ਹੈ। ਇੱਥੇ ਸ਼ਾਂਤੀ ਹੈ, ਪਰ ਮਨ ਵਿਆਕੁਲ ਹੋਵੇਗਾ। ਉਹ ਮਨ ਦੁਖੀ ਸਿਰਫ ਸ਼ਾਂਤੀ ਲੈਣ ਵਾਸਤੇ ਹੀ ਹੋ ਰਿਹਾ, ਜਿਵੇਂ ਸੋਨਾ ਕਠਾਲੀ 'ਚੋਂ ਭੱਜਦਾ। ਅਤੇ ਜੇ ਆਪਾਂ ਮਨ ਵਿੱਚ ਇਹ ਖਿਆਲ ਕਰੀਏ ਵੀ ਸੰਗਤ ਨਾ ਕਰਾਂਗੇ ਸ਼ਾਇਦ ਬਾਹਰ ਜਾ ਕੇ ਸੌਖੇ ਹੋ ਜਾਵਾਂਗੇ, ਤਾਂ ਇਹ ਮਨ ਦਾ ਬਹੁਤ ਵੱਡਾ ਭੁਲੇਖਾ ਹੈ ਪ੍ਰਾਣੀ ਦੇ, ਵੀ ਖਰੇ ਨਾਮ ਤੋਂ ਬਿਨਾਂ ਬਾਹਰ ਜਾ ਕੇ ਸੌਖੇ ਹੋ ਜਾਵਾਂਗੇ। ਧੰਨ ਗੁਰੂ ਅਰਜਨ ਦੇਵ ਸਾਹਿਬ ਤੋਂ ਤਾਂ ਕੋਈ ਸਿਆਣਾ ਨਹੀਂ। ਮਹਾਰਾਜ ਨੇ ਆਖਿਆ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਤੋ ਨਾਮ ਤੋਂ ਬਿਨਾਂ ਸਾਰਾ ਸੰਸਾਰ ਮਹਾਰਾਜ ਕਹਿੰਦੇ ਵੇਖਿਆ ਸ਼ਾਂਤੀ ਨਹੀਂ। ਤੋ ਮਹਾਰਾਜ ਇੱਥੇ ਸਾਡੀ ਸ਼ਾਂਤੀ ਵਾਸਤੇ, ਸਰੀਰ ਵਾਸਤੇ ਖਾਲਸਾ ਜੀ ਬੜੀ ਖੁਰਾਕ ਬਣੀ ਹੈ। ਕਿੰਨੇ ਅੱਜ ਪੌਸ਼ਟਿਕ ਤੱਤ ਲੋਕ ਖਾਂਦੇ ਆ ਸਰੀਰ ਨੂੰ ਚੜ੍ਹਦੀ ਕਲਾ ਬਲਵਾਨ ਰੱਖਣ ਵਾਸਤੇ। ਸਰੀਰ 9x9 ਹੋ ਜਾਵੇਗਾ, ਪਰ ਅੱਜ ਜਿਹੜਾ ਮਨ ਹੈ ਨਾ, ਆਤਮਿਕ ਤੌਰ 'ਤੇ ਅੱਜ ਪ੍ਰਾਣੀ ਜਿਹੜਾ ਬਹੁਤ ਕਮਜ਼ੋਰ ਹੋ ਚੁੱਕਾ ਹੈ। ਤਰ੍ਹਾਂ ਤਰ੍ਹਾਂ ਦੇ ਰੋਗ ਲੱਗੇ ਹੈ। ਕਾਮ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਰੋਗ ਲੱਗੇ ਹੋਏ। ਅਤੇ ਸਰੀਰ ਦੇ ਰੋਗ ਦਾ ਡਾਕਟਰ ਤੁਹਾਨੂੰ ਥਾਂ ਥਾਂ ਮਿਲ ਜਾਵੇਗਾ, ਪਿੰਡ ਪਿੰਡ ਮਿਲ ਜਾਵੇਗਾ। ਪਰ ਖਾਲਸਾ ਜੀ ਵੈਦ ਜਿਹੜਾ ਵੈ, ਮਹਾਰਾਜ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਕਿ ਭੋਲਾ ਵੈਦ ਨਾ ਜਾਣਈ ਕਰਕ ਕਰੇਜੇ ਮਾਹੇ। ਵੈਦ ਜਦੋਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 5 ਵਰ੍ਹਿਆਂ ਦੇ ਸਨ ਨਾ, ਉਸ ਸਮੇਂ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਮੌਜ ਦੇ ਮਾਲਕ, ਭੋਏ 'ਤੇ ਪਿਆਰਿਆ ਕਰਨ। ਫਿਰ ਪਿਤਾ ਪਟਵਾਰੀ ਸਨ 20 ਪਿੰਡਾਂ ਦੇ। ਮਾਤਾ ਤ੍ਰਿਪਤਾ ਦੇਵੀ ਜੀਆਂ ਆਖਿਆ ਪਤੀ ਜੀ ਤੁਸੀਂ ਮਾਇਆ ਦੇ ਪਿੱਛੇ ਲੱਗੇ ਹੋ, ਘਰ ਵਿੱਚ ਇਕੱਲਾ ਇਕੱਲਾ ਨਾਨਕ ਪੁੱਤਰ ਹੈ, ਕਈ ਦਿਨਾਂ ਤੋਂ ਨਾ ਕੁਝ ਖਾਂਦਾ ਹੈ ਨਾ ਪੀਂਦਾ ਹੈ,
ਅਤੇ ਭੋਏ 'ਤੇ ਲੇਟਿਆ ਰਹਿੰਦਾ। ਆਪਾਂ ਨੂੰ ਚਾਹੀਦਾ ਇਹਨੂੰ ਕੋਈ ਵਿਖਾਈਏ ਕਿਸੇ ਚੰਗੇ ਵੈਦ ਕੋਲ, ਜੇ ਇਹਨੂੰ ਕੁਝ ਹੋ ਗਿਆ ਤਾਂ ਮਾਇਆ ਫਾਹੇ ਦੇਣੀ ਹੈ ਆਪਾਂ। ਬਾਬਾ ਕਲਿਆਣ ਚੰਦ ਜੀ ਇੱਥੇ ਤਲਵੰਡੀ ਕੋਈ ਖਾਲਸਾ ਜੀ ਵੈਦ ਰਹਿੰਦਾ ਸੀ, ਉਹ ਵੈਦ ਨੂੰ ਲੈ ਕੇ ਆਏ ਅਤੇ ਵੈਦ ਆ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਾਸ ਬੈਠਾ। ਜਿਵੇਂ ਉਹਨਾਂ ਦਾ ਸੁਭਾਅ ਹੁੰਦਾ ਹੈ, ਨਬਜ਼ ਫੜੀ। ਗੁਰੂ ਨਾਨਕ ਦੇਵ ਸਾਹਿਬ ਦੀ ਨਬਜ਼ ਵੇਖ ਕੇ ਰੋਗ ਪਛਾਣੇ, ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਪੁੱਛਦਾ ਵੈਦ ਵੀ, ਇਹ ਬਾਲਕ ਨਾਨਕ ਸਾਨੂੰ ਦੱਸੋ ਕੋਈ ਲੱਛਣ ਕੀ ਹੈ, ਜਿਹੜਾ ਤੁਹਾਨੂੰ ਰੋਗ ਹੈ ਇਹਦੇ ਲੱਛਣ ਦੱਸੋ, ਕਿਉਂ ਨਹੀਂ ਕੁਝ ਖਾਣ ਨੂੰ ਦਿਲ ਕਰਦਾ, ਕੀ ਹੋਇਆ ਤੁਹਾਨੂੰ। ਤੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਂਹ ਅੱਗੇ ਕਰ ਦਿੱਤੀ। ਉਹ ਵੈਦ ਜਿਹੜਾ ਉਹ ਨਬਜ਼ ਵੇਂਹਦਾ ਪਾਤਸ਼ਾਹ ਮਹਾਰਾਜ ਦੀ। ਉੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਚਨ ਉਚਾਰਿਆ, ਭੋਲਾ ਵੈਦ ਨਾ ਜਾਣਈ ਕਰਕ ਕਰੇਜੇ ਮਾਹੇ। ਮਹਾਰਾਜ ਕਹਿੰਦੇ ਭੋਲੇ ਵੈਦ ਤੂੰ ਕੀ ਜਾਣੇ, ਜਿਹੜਾ ਰੋਗ ਆ ਉਹ ਸਾਡੇ ਮਨ ਵਿੱਚ ਹੈ। ਮਨ ਨੂੰ ਕਹਿੰਦਾ ਮਹਾਰਾਜ ਕੀ ਰੋਗ ਲੱਗਿਆ, ਤੁਸੀਂ ਤਾਂ ਚੰਗੇ ਭਲਿਓ। ਤੋ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਨੂੰ ਰੋਗ ਲੱਗਿਆ ਵਿਸ਼ਿਆਂ, ਚਾਹੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਿਹੜੇ ਵਿਸ਼ੇ, ਖਾਲਸਾ ਜੀ ਉਹ ਤਾਂ ਆਪ ਪਰਮੇਸ਼ਰ ਹੈ, ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਪੂਰਨੇ ਪਾਏ ਹੈ ਵੀ ਸਾਡੀ ਗੁਰਬਾਣੀ ਪੜ੍ਹ ਕੇ ਹਰੇਕ ਸਿੱਖ ਇਹ ਜਾਣੇ ਵੀ ਮਨ ਦੀ ਮੈਲ ਕਿਵੇਂ ਕੱਟਣੀ ਹੈ। ਮਨ ਰੋਗੀ ਹੈ। ਮਹਾਰਾਜ ਕਹਿੰਦੇ ਵੈਦ ਜੀ ਕੀ ਰੋਗ ਲੱਗਿਆ। ਮਹਾਰਾਜ ਕਹਿੰਦੇ ਕਾਮ ਦਾ ਰੋਗ ਹੈ, ਕ੍ਰੋਧ ਦਾ ਰੋਗ ਹੈ, ਲੋਭ ਮੋਹ ਦਾ, ਈਰਖਾ ਦਵੈਸ਼ ਚੋਰੀ ਯਾਰੀ ਠੱਗੀ ਧੋਖੇ ਦਾ ਰੋਗ ਲੱਗਿਆ ਮਨ ਨੂੰ। ਤੋ ਸੱਚੇ ਪਾਤਸ਼ਾਹ ਜੀ ਤੁਹਾਡਾ ਕਿੱਡਾ ਸੋਹਣਾ ਪਰਿਵਾਰ ਹੈ, ਤੁਸੀਂ ਬਜ਼ੁਰਗਾਂ ਵਾਲੀਆਂ ਗੱਲਾਂ ਕਰਦੇ ਹੋ। ਬਾਲਕ ਨਾਨਕ ਉਹ ਤੁਹਾਡੀ ਮਾਤਾ ਹੈ, ਵੱਡੀ ਭੈਣ ਬੇਬੇ ਨਾਨਕੀ ਹੈ, ਪਿਤਾ ਤੁਹਾਡਾ ਪਟਵਾਰੀ ਹੈ, ਘਰ ਵਿੱਚ ਕੋਈ ਖਾਣ ਪੀਣ ਦੀ ਵਸਤੂ ਦੀ ਥੋੜ੍ਹ ਹੈ ਭਲਾ। ਉਠੋ ਖੇਡੋ, ਮਾਂ ਬਾਪ ਨੂੰ ਸੁੱਖ ਦਿਓ। ਤੋ ਮਹਾਰਾਜ ਕਹਿੰਦੇ ਵੈਦ ਜੀ ਜੇ ਕਿਸੇ ਦਰੋਗੇ ਨੇ, ਹੁਣ ਜਿਵੇਂ ਥਾਣੇਦਾਰ ਕਹਿੰਦੇ ਆ, ਕਹਿੰਦੇ ਜੇ ਕਿਸੇ ਦਰੋਗੇ ਨੇ ਕਿਸੇ ਮੁਜਰਮ ਦੇ ਕੇਸ ਫੜੇ ਹੋਣ ਘੁੱਟ ਕੇ, ਦੱਸੋ ਉਹਨੂੰ ਖਾਣਾ ਪੀਣਾ ਹੱਸਣਾ ਸੌਣਾ ਖੇਡਣਾ ਭਾਵੇਗਾ। ਕਹਿੰਦਾ ਮਹਾਰਾਜ ਨਹੀਂ ਭਾਵੇਗਾ, ਪਰ ਤੁਸੀਂ ਇਹ ਗੱਲ ਕਿਉਂ ਕਰਦੇ ਹੋ। ਤੋ ਸਤਿਗੁਰੂ ਕਹਿੰਦੇ ਕਿ ਜਾਮ ਰੂਪੀ ਥਾਣੇਦਾਰ ਨੇ ਸਾਡੇ ਕੇਸ ਫੜੇ ਹੋਏ ਆ, ਮਰਨ ਲਿਖਾਏ ਮੰਡਲ ਮਹਿ ਆਏ। ਸਾਡੀ ਉਮਰ ਬੀਤਦੀ ਜਾਂਦੀ ਹੈ, ਨਾਮ ਜਪਿਆ ਹੀ ਕੋਈ ਨਹੀਂ। ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਤਿਲੰਗ ਰਾਗ ਅੰਦਰ ਖਾਲਸਾ ਜੀ ਫਾਰਸੀ ਦਾ ਪਦਾ ਉਚਾਰਿਆ। ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ। ਇੱਕ ਓਅੰਕਾਰ ਇੱਥੇ ਮੰਗਲ ਗੁਰੂ ਨਾਨਕ ਦੇਵ ਸਾਹਿਬ ਜੀਆਂ ਗੁਰੂ ਅਰਜਨ ਦੇਵ ਸਾਹਿਬ ਜੀਆਂ ਲਿਖਿਆ ਗੁਰਪ੍ਰਸਾਦ ਤੀਕਰ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਸਾਹਿਬ ਜੀਆਂ ਫਿਰ ਇਹ ਸ਼ਬਦ ਉਚਾਰਿਆ ਵੈਦ ਦੇ ਤਾਈਂ। ਸਤਿਗੁਰੂ ਕਹਿੰਦੇ ਯਾ ਕਰਜ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮਸਰ ਮੂਏ ਅਜ਼ਰਾਈਲ ਗ੍ਰਫਤੈ ਦਿਲ ਹੇਚ ਨਾ ਦਾਨੀ, ਜਨ ਪਸਰ ਪਿਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਿਰ ਬਿਫਤਮ ਕਸ ਨੰਦਾਰਦ ਚੂੰ ਸਵਦ ਤਕਬੀਰ, ਸਬਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈਂਚਨੀ ਅਹਵਾਲ, ਬਦ ਬਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨਤੁਰਾ ਤੇਰੇ ਚਾਕਰਾਂ ਪਾ ਖਾਕ। ਗੁਰੂ ਨਾਨਕ ਦੇਵ ਸਾਹਿਬ ਜੀ ਆਖਿਆ ਕਿ ਵੈਦ ਜੀ ਸਾਡੇ ਸਿਰ ਦੇ ਕੇਸ ਉਹ ਜਾਮਣੇ ਫੜੇ ਹੋਏ ਆ, ਸਾਨੂੰ ਕਿਵੇਂ ਚੈਨ ਆਵੇ। ਸਾਰੀ ਉਮਰ ਅਸੀਂ ਕੋਈ ਚੰਗਾ ਢੰਗ ਦਾ ਖਿਆਲ ਨਹੀਂ ਕੀਤਾ, ਮਨ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾ ਕਰਦਾ। ਤੋ ਚਾਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਮਨ ਤਾਂ ਖਾਲਸਾ ਜੀ ਉਹਦਾ ਪਾਰ ਬ੍ਰਹਮ ਪਰਮੇਸ਼ਰ ਸਨ, ਪਰ ਸਾਨੂੰ ਦੱਸ ਕੇ ਗਏ ਹੈ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਸੁਣਨੀ ਔਖੀ ਹੈ। ਮਨ ਦੀ ਮੈਲ ਕੱਟਣ ਦਾ ਇੱਕ ਮਾਤਰ ਸਾਧਨ ਖਾਲਸਾ ਜੀ ਉਹ ਗੁਰੂ ਬਾਣੀ ਹੈ। ਤੋ ਮਹਾਰਾਜ ਗੁਰਬਾਣੀ ਅੰਦਰ ਫਰਮਾਉਂਦੇ ਪੰਜਵੇਂ ਗੁਰੂ ਨਾਨਕ ਦੇਵ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਭਾਦੋਏ ਭਰਮ ਭੁਲਾਣੀਆਂ। ਭਾਦਰੋਂਗੇ ਕਲਯੁਗ ਦਾ ਮਹੀਨਾ, ਇਹਦੇ ਵਿੱਚ ਜਿੰਨੀਆਂ ਜੀਵ ਇਸਤਰੀਆਂ ਸਾਰੀਆਂ ਭਰਮ 'ਚ ਭੁੱਲੀਆਂ ਹੋਈਆਂ। ਦੂਜਾ ਲੱਗਾ ਹੇਤ, ਦੂਜੇ ਲੱਗਾ ਹੇਤ ਨਾਮ ਪ੍ਰੇਮ ਦਾ, ਦੂਜੇ ਪਾਸੇ ਪ੍ਰੇਮ ਲੱਗਾ ਹੋਇਆ। ਪਹਿਲਾ ਪਾਸਾ ਉਹ ਨਾਮ ਹੈ ਨਿਰੰਕਾਰ ਹੈ, ਦੂਜਾ ਪਾਸਾ ਖਾਲਸਾ ਜੀ ਸੰਸਾਰ ਹੈ। ਤੋ ਸਾਹਿਬ ਕਹਿੰਦੇ ਕਿ ਸੰਸਾਰ ਵੱਲ ਪ੍ਰੇਮ ਲੱਗਾ ਹੋਇਆ, ਨਿਰੰਕਾਰ ਨੂੰ ਛੱਡਿਆ ਹੋਇਆ। ਇਸ ਇੱਕ ਦੀ ਹਾਲਤ ਨਹੀਂ,
ਸਾਰਾ ਸੰਸਾਰ ਹੀ ਮਹਾਰਾਜ ਕਹਿੰਦੇ ਇਸ ਪਾਸੇ ਤੁਰਿਆ ਹੋਇਆ ਹੈ। ਨਿਰੰਕਾਰ ਵਾਲੇ ਪਾਸੇ ਕੰਡ ਕੀਤੀ ਹੋਈ ਹੈ, ਸੰਸਾਰ ਵਾਲੇ ਪਾਸੇ ਮੂੰਹ ਕੀਤਾ ਹੋਇਆ। ਤੋ ਇਹਦਾ ਖਾਲਸਾ ਜੀ ਇੱਕ ਬਾਝ ਅਰਥ ਹੁੰਦਾ ਹੈ। ਉਹ ਦੋ ਪੰਕਤੀਆਂ ਦਾ ਪਹਿਲਾਂ ਸੁਣ ਲਈਏ। ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ। ਤੋ ਪਾਤਸ਼ਾਹ ਮਹਾਰਾਜ ਨੇ ਇੱਥੇ ਅਣਉਕਤੀ ਅਲੰਕਾਰ ਦੁਆਰਾ, ਜਿਵੇਂ ਸੁਹਾਗਣ ਹੁੰਦੀ ਹੈ ਨਾ, ਜਿਹੜੀ ਇਸਤਰੀ ਖਾਲਸਾ ਜੀ ਪਤੀ ਬ੍ਰਤਾ ਹੋਵੇ, ਆਪਣੇ ਪਤੀ ਤੇ ਭਰੋਸਾ ਰੱਖਦੀ ਹੋਵੇ, ਪਤੀ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਦਾ ਖਿਆਲ, ਪਰਾਈ ਵਾਸ਼ਨਾ ਦਾ ਮਨ ਵਿੱਚ ਨਾ ਆਉਂਦਾ ਹੋਵੇ, ਉਹਨੂੰ ਪਤੀ ਬ੍ਰਤਾ ਜਾਂ ਸਤਪ੍ਰਤ ਇਸਤਰੀ ਆਖਦੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਇੱਕ ਸਤਪ੍ਰਤਾ ਇਸਤਰੀ ਹੈ ਜਿਹੜੀ ਸੁਹਾਗਣ ਕਹਾਉਣ ਦੀ ਹੱਕਦਾਰ ਹੈ, ਜਿਹਦਾ ਆਪਦੇ ਪਤੀ ਤੋਂ ਬਿਨਾਂ ਕਿਸੇ ਦੂਜੇ ਮਨੁੱਖ ਤੇ ਨਿਹਚਾ ਨਹੀਂ। ਇੱਕ ਦੁਹਾਗਣ ਹੁੰਦੀ ਖਾਲਸਾ ਜੀ, ਦੁਹਾਗਣ ਹੁੰਦੀ ਹੈ ਜਿਹੜੀ ਪਤੀ ਵੱਲੋਂ ਨਕਾਰੀ ਹੋਵੇ, ਆਪਦੇ ਖੋਟੇ ਔਗਣਾ ਕਰਕੇ, ਖੋਟੇ ਚਾਲ ਚੱਲਣ ਕਰਕੇ ਉਹ ਪਤੀ ਦੇ ਮਨੋਂ ਲੱਥੀ ਹੁੰਦੀ ਹੈ, ਉਹਨੂੰ ਦੁਹਾਗਣ ਕਹਿੰਦੇ ਆ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਇੱਥੇ ਦੁਹਾਗਣ ਦਾ ਅਣਉਕਤੀ ਅਲੰਕਾਰ ਬੰਨ੍ਹ ਕੇ ਸਾਨੂੰ ਉਪਦੇਸ਼ ਦਿੱਤਾ। ਪਾਤਸ਼ਾਹ ਕਹਿੰਦੇ ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਕਹਿੰਦੇ ਜਿਵੇਂ ਕਿਸੇ ਦੁਹਾਗਣ ਇਸਤਰੀ ਜਿਹੜੀ ਹੈ ਆਪਣੇ ਪਤੀ ਨੂੰ ਛੱਡ ਕੇ ਭਰਮ ਭੁਲਾਣੀਆਂ, ਭਰਮ ਵਿੱਚ ਭੁੱਲੀ ਹੋਈ ਹੈ ਵੀ ਸ਼ਾਇਦ ਆਪਣੇ ਪਤੀ ਤੋਂ ਬਿਨਾਂ ਮੈਨੂੰ ਬਾਹਰੋਂ ਸੰਸਾਰ ਤੋਂ ਵੱਧ ਸੁੱਖ ਮਿਲ ਜਾਵੇ, ਇਹ ਭਰਮ ਪਿਆ ਹੋਇਆ ਹੈ। ਦੂਜੈ ਲੱਗਾ ਹੇਤ, ਤੇ ਆਪਣੇ ਪਤੀ ਨੂੰ ਛੱਡ ਕੇ ਦੂਜੇ ਪਾਸੇ ਹੇਤ ਨਾਮ ਪ੍ਰੇਮ ਦਾ ਹੈ, ਹੋਰ ਪਾਸੇ ਪ੍ਰੇਮ ਲੱਗ ਜਾਵੇ ਉਸ ਦਾ। ਫਿਰ ਅੱਗੇ ਮਹਾਰਾਜ ਕਹਿੰਦੇ ਉਹਦੀ ਹਾਲਤ ਕੀ ਹੁੰਦੀ ਹੈ। ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਉਹ ਲੱਖ ਖਾਲਸਾ ਜੀ ਸ਼ਿੰਗਾਰ ਕਰ ਲਵੇ, ਟਿੱਕੇ ਲਾਵੇ, ਕਾਂਟੇ ਪਾਵੇ, 16 ਸ਼ਿੰਗਾਰ ਕਰ ਲਵੇ ਦੇਹੀ ਦੇ, ਕਾਰਜ ਨਾਹੀ ਕੇਤ। ਉਹ ਕਿਸੇ ਕੰਮ ਨਹੀਂ ਉਹਦਾ ਕੀਤਾ ਸ਼ਿੰਗਾਰ। ਕਿਉਂ ਨਹੀਂ ਉਹਦਾ ਕੀਤਾ ਹੋਇਆ ਸ਼ਿੰਗਾਰ ਕਿਸੇ ਵੀ ਕੰਮ? ਕਿਉਂਕਿ ਸ਼ਿੰਗਾਰ ਕੀਤਾ ਹੋਇਆ ਵੇਖਣਾ ਕਿਹਨੇ? ਉਹਦੇ ਪਤੀ ਨੇ ਵੇਖਣਾ ਹੈ। ਅਤੇ ਉਹਦੇ ਔਗਣਾ ਕਰਕੇ ਜਦੋਂ ਪਤੀ ਦੇ ਮਨੋਂ ਲੈ ਜਾਵੇਗੀ ਕੀਤਾ ਹੋਇਆ ਸ਼ਿੰਗਾਰ, ਕੌਣ ਵੇਖੇਗਾ? ਕੌਣ ਉਹਦੇ ਕੀਤੇ ਹੋਏ ਸ਼ਿੰਗਾਰ ਦਾ ਮੁੱਲ ਪਾਵੇਗਾ? ਇਸ ਲਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇੱਥੇ ਬਾਝ ਅਰਥ ਸਮਝਣਾ ਹੈ ਕਿ ਜਿਹੜੀ ਇਸਤਰੀ ਆਪਣੇ ਪਤੀ ਤੇ ਨਿਹਚਾ ਛੱਡ ਕੇ ਹੋਰ ਪਾਸੇ ਨਿਹਚਾ ਰੱਖਦੀ ਹੈ, ਲੱਖ ਸ਼ਿੰਗਾਰ ਬਣਾਇਆ, ਜਿੰਨਾ ਮਰਜ਼ੀ ਸ਼ਿੰਗਾਰ ਬਣਾ ਲਵੇ, ਕਾਰਜ ਨਾਹੀ ਕੇਤ, ਕਿਸੇ ਕਾਰਜ ਨਹੀਂ ਖਾਲਸਾ ਜੀ ਉਹਦਾ ਕੀਤਾ ਹੋਇਆ ਸ਼ਿੰਗਾਰ। ਹੁਣ ਇਹਦਾ ਅੰਤਰੀ ਅਰਥ ਜਿਹੜਾ ਸਮਝਣਾ ਕਰੀਏ। ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਤੋ ਦੁਹਾਗਣਾ ਕੌਣ ਹੈ? ਕਲਯੁਗ ਦੇ ਅੰਦਰ ਖਾਲਸਾ ਜੀ ਮਨਮੁਖ ਲੋਕ ਦੁਹਾਗਣਾ ਵਰਗੇ ਆ, ਭਰਮ ਵਿੱਚ ਭੁੱਲੇ ਹੋਏ ਹੈ। ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬਾਣੀ ਖਸਮ ਹੈ, ਇਹਨੂੰ ਛੱਡ ਕੇ ਤੇ ਹੋਰ ਪਾਸੇ ਲੱਗੇ ਹੋਏ ਹੈ, ਵਿਸ਼ੇ ਭੋਗਣ ਵਿੱਚ ਲੱਗੇ ਹੋਏ ਹੈ, ਨਾਮ ਦਾ ਰਸ ਛੱਡ ਕੇ ਤੇ ਪਦਾਰਥਾਂ ਦੇ ਰਸ ਨੂੰ ਮੋਹਰੀ ਮੰਨਿਆ ਹੋਇਆ। ਇਹ ਇਸੇ ਦਾ ਨਾਮ ਭਰਮ ਹੈ। ਫਿਰ ਖਾਲਸਾ ਜੀ ਭਰਮ ਦੀ ਡੈਫੀਨੇਸ਼ਨ ਕੀ ਹੈ, ਪਰਿਭਾਸ਼ਾ ਕੀ ਹੈ? ਭਗਤ ਕਹਿੰਦੇ ਹੈ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਖਾਲਸਾ ਜੀ ਉਹਦਾ ਨਾਂ ਹੈ ਜਿਹੋ ਜੀ ਕਿਸੇ ਵਸਤੂ ਨੂੰ ਮੰਨੀਏ ਵਾਸਤਵ ਵਿੱਚ ਉਹ ਹੋਵੇ ਹੋਰ ਤਰ੍ਹਾਂ ਦੀ, ਉੱਦਾਂ ਦੀ ਨਾ ਹੋਵੇ, ਉਹਨੂੰ ਭਰਮ ਕਹਿੰਦੇ ਆ। ਜਿਵੇਂ ਰੱਸੀ ਸੱਪ ਲੱਗਦੀ ਹੈ ਪਰ ਸੱਪ ਹੁੰਦਾ ਨਹੀਂ, ਉਹ ਰੱਸੀ ਹੈ, ਭੁਲੇਖਾ ਸੱਪ ਦਾ ਪੈ ਜਾਂਦਾ ਹੈ, ਉਹਦਾ ਨਾਮ ਭਰਮ ਹੈ। ਤੋ ਸੰਸਾਰ ਦੇ ਵਿੱਚ ਸਾਨੂੰ ਭਰਮ ਇਹ ਪਿਆ ਹੋਇਆ ਹੈ, ਸਾਨੂੰ ਸੰਸਾਰ ਸੁੱਖ ਰੂਪ ਲੱਗਦਾ ਹੈ ਅਤੇ ਸੰਗਤ ਦੁੱਖ ਰੂਪ ਲੱਗਦੀ ਹੈ। ਮਹਾਰਾਜ ਦੀ ਬਾਣੀ ਨਾਮ ਸਿਮਰਨ ਕਰਨਾ ਔਖਾ ਹੈ, ਅਤੇ ਅੱਜ ਵੇਖੋ ਕੋਈ ਧਾਗਾ ਦਿੰਦਾ ਹੋਵੇ, ਕੋਈ ਲਾਚੀਆਂ ਕਰਕੇ ਦੇਵੇ, ਕੋਈ ਤਵੀਤ ਕਰਕੇ ਦੇਵੇ, ਅਤੇ ਤੁਸੀਂ ਵੇਖਿਆ ਜੇ ਹਾਲਤ ਸੰਸਾਰ ਦੀ ਹੈ। 4-4 ਪਹਿਰ ਖਾਲਸਾ ਜੀ ਉਡੀਕ ਲੈਂਦੇ, ਉੱਥੇ ਬੈਠੇ ਹੋਏ ਲੈਣਾ ਲੱਗੀਆਂ, ਅਤੇ 4-4 ਪਹਿਰ ਧੁੱਪੇ ਖੜ੍ਹ ਕੇ ਉਡੀਕ ਲੈਂਦੇ ਵੀ ਸਾਡੀ ਵਾਰੀ ਆਵੇ। ਅਤੇ ਜੇ ਕਿਤੇ ਮਹਾਰਾਜ ਦੇ ਕੋਈ ਸੰਗਰਾਂਦ, ਕੋਈ ਪੁਰਬ ਮਨਾਇਆ ਨਾ, ਅਤੇ ਜੇ ਕੋਈ 10-15 ਮਿੰਟ 20 ਮਿੰਟ ਅੱਧਾ ਘੰਟਾ ਵੱਧ ਹੋ ਜਾਵੇ ਅਤੇ ਮਹਾਰਾਜ ਦੀ ਹਜ਼ੂਰੀ 'ਚ ਉੱਠ ਕੇ ਚਲੇ ਜਾਂਦੇ ਅਸੀਂ। ਇਹ ਅੱਜ ਸਾਡੀ ਹਾਲਤ ਹੈ। ਜਾਂ ਆਉਣਾ ਹੀ ਨਹੀਂ ਵੀ ਉੱਥੇ ਜਾ ਕੇ ਕੀ ਕਰਨਾ। ਅਤੇ ਜੇ ਕਿਉਂਕਿ ਮਨ ਦਾ ਸੁਭਾਅ ਹੈ, ਅਸੀਂ ਬੰਦੇ ਨੂੰ ਰੱਬ ਵੇਖਣਾ ਪਸੰਦ ਕਰਦੇ ਹਾਂ। ਜਿਹੜਾ ਕੋਈ ਸਾਨੂੰ ਲੱਗੇ ਨਾ ਵੀ ਇਹ ਮਨੁੱਖ ਸਾਨੂੰ ਸੁੱਖ ਦੇਵੇਗਾ, ਬੰਦਾ ਬੋਲੇ ਆਖੇ ਸਾਨੂੰ ਵੀ ਹਾਂ ਤੈਨੂੰ ਸੁੱਖ ਮਿਲੇਗਾ, ਕੋਈ ਧਾਗੇ ਦੇਵੇ, ਕੋਈ ਤਵੀਤ ਦੇਵੇ, ਕੋਈ ਲਾਚੀਆਂ ਦੇਵੇ, ਕੋਈ ਹੋਰ ਚੌਂਕੀਆਂ ਭਰਾਵੇ, ਉੱਥੇ 4-4 ਪਹਿਰ ਸਾਰਾ ਦਿਨ ਉਡੀਕ ਲਵਾਂਗੇ। ਕਿਰਾਇਆ ਭਾੜਾ ਕਰ ਕਰਕੇ ਖਾਲਸਾ ਜੀ ਉਹ ਜੈਸਲਮੇਰ ਤੱਕ ਪਹੁੰਚ ਜਾਂਦੇ ਆ।
ਤੋ ਇਸੇ ਦਾ ਨਾਮ ਹੀ ਮਹਾਰਾਜ ਕਹਿੰਦੇ ਭਰਮ ਭੁਲਾਣੀ ਆ। ਇਹ ਭਰਮ ਪਿਆ ਹੋਇਆ ਵੀ ਗੁਰੂ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਮਨਮੁਖ ਹੋਏ ਬੰਦੇ ਦਾ ਬੰਦਾ। ਜਿਹੜਾ ਖਾਲਸਾ ਜੀ ਮਨਮੁਖ ਹੋ ਜਾਂਦਾ ਨਾ, ਮਹਾਰਾਜ ਵਾਲੇ ਪਾਸੋਂ ਕੰਡ ਕਰ ਲੈਂਦਾ, ਉਹ ਫਿਰ ਬੰਦੇ ਦਾ ਬੰਦਾ, ਉਹ ਬੰਦੇ ਦਾ ਬੰਦਾ ਬਣ ਜਾਂਦਾ ਅੱਗੇ। ਭਾਵ ਵੀ ਪਰਮੇਸ਼ਰ ਨੂੰ ਛੱਡ ਕੇ ਤੇ ਕਿਸੇ ਸਾਧ ਦਾ, ਪਖੰਡੀ ਦਾ, ਕਿਸੇ ਸਾਧ ਸੰਗਤ ਜੀ ਇਹੋ ਜਿਹੇ ਪੀਰ ਫਕੀਰ ਦਾ ਸੇਵਕ ਬਣ ਜਾਂਦਾ, ਕਿਉਂਕਿ ਖਸਮ ਛੱਡ ਦਿੱਤਾ ਹੈ, ਦੂਜੇ ਲੱਗੇ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸੇ ਦਾ ਨਾਮ ਭਰਮ ਹੈ ਵੀ ਸ਼ਾਇਦ ਸਾਨੂੰ ਬਾਹਰੋਂ ਸੁੱਖ ਮਿਲ ਜਾਵੇ। ਦੂਜਾ ਲੱਗਾ ਹੇਤ, ਭਰਮ ਵਿੱਚ ਭੁੱਲੇ ਹੋਏ ਕਲਯੁਗੀ ਜੀਵ ਰੂਪ ਇਸਤਰੀ ਜਿਹੜੀ ਹੈ, ਇਹਨੂੰ ਦੂਜੇ ਪਾਸੇ ਪ੍ਰੇਮ ਲੱਗਾ ਹੋਇਆ। ਫਿਰ ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਇਹ ਜਿੰਨੇ ਮਰਜ਼ੀ ਸ਼ਿੰਗਾਰ ਬਣਾ ਲਵੇ, ਜਪਾਂ ਰੂਪੀ ਤਪਾਂ ਰੂਪੀ, ਹੋਰ ਬੜੇ ਤਰ੍ਹਾਂ ਦੇ, ਕੋਈ ਜਲ ਧਾਰੇ ਕਰਦਾ ਫਿਰਦਾ, ਕੋਈ ਟੂਣੇ ਢਾਲੇ ਕਰਦਾ, ਇਹ ਸਾਰੇ ਸ਼ਿੰਗਾਰ ਬਣਾ ਲਵੇ, ਕਾਰਜ ਨਾਹੀ ਕੇਤ। ਤੋ ਪਾਤਸ਼ਾਹ ਕਹਿੰਦੇ ਕਿਸੇ ਕੰਮ ਨਹੀਂ ਭਾਈ, ਕੇਤ ਕਹੀਏ ਕਿਸੇ ਕਾਰਜ ਨਹੀਂ, ਸਭ ਬੇਫਲ ਹੈ। ਕਿਉਂ? ਜਿਤ ਦਿਨ ਦੇਹ ਬਿਨਸੀ ਤਿਤ ਵੇਲਾ ਕਹਿਸਨ ਪ੍ਰੇਤ। ਜਦੋਂ ਮਹਾਰਾਜ ਕਹਿੰਦੇ ਤੇਰਾ ਸਰੀਰ ਬਿਨਸਿਆ ਨਾ, ਨਾਸ਼ ਹੋਇਆ, ਤੇ ਤੇਰੇ ਪਰਿਵਾਰ ਨਹੀਂ ਪ੍ਰੇਤ ਪ੍ਰੇਤ ਆਖਣਾ। ਜਿਨ੍ਹਾਂ ਦੀ ਖਾਤਰ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਹ ਪਿਆਣ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਜਿਨ੍ਹਾਂ ਧੀਆਂ ਪੁੱਤਰਾਂ ਦੀ ਖਾਤਰ ਖਾਲਸਾ ਜੀ ਨਾਮ ਨੂੰ ਛੱਡਿਆ ਹੁੰਦਾ ਹੈ ਨਾ, ਤੇ ਪਰਮੇਸ਼ਰ ਦੇ ਮਹਾਰਾਜ ਦੇ ਦਰਸ਼ਨ ਦਿਦਾਰੇ ਸੰਗਤ ਭੁੱਲ ਕੇ ਵੀ ਨਹੀਂ ਕੰਮ ਜ਼ਰੂਰੀ ਹੈ, ਮੇਰੇ ਬੱਚਿਆਂ ਦਾ ਕੀ ਬਣੇਗਾ। ਜਿਸ ਗੁਰੂ ਪਰਮੇਸ਼ਰ ਨੂੰ ਛੱਡ ਕੇ ਜਿਨ੍ਹਾਂ ਧੀਆਂ ਪੁੱਤਾਂ ਵਾਸਤੇ ਠੱਗੀਆਂ ਮਾਰਦੇ ਨੇ, ਸੰਗਤ ਛੱਡੀ ਹੁੰਦੀ ਹੈ ਨਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਜਦੋਂ ਬੁੱਢਾ ਹੋ ਜਾਵੇਗਾ ਨਾ, ਤੁਰਨੋਂ ਰਹਿ ਗਿਆ, ਤੇ ਤੂੰ ਪਾਣੀ ਮੰਗਣਾ ਹੈ, ਤੇ ਤੇਰੀ ਔਲਾਦ ਪੋਤਰਿਆਂ ਨੇ ਤੈਨੂੰ ਇਹ ਆਖਣਾ ਵੀ ਛੱਡੋ, ਜਿਹੜੇ ਭਾਂਡੇ ਨੂੰ ਮੂੰਹ ਲਾਵੇਗਾ ਉਹ 100 ਬਿਮਾਰੀ ਚੰਬੜੀ ਹੈ ਬਜ਼ੁਰਗ ਨੂੰ, ਤੇ ਸਾਨੂੰ ਨਾ ਹੋ ਜਾਵੇ, ਤੈਨੂੰ ਭਾਂਡਾ ਨਹੀਂ ਦੇਣਾ ਕਿਸੇ ਨੇ। ਫਿਰ ਕਹਿੰਦੇ ਤੂੰ ਆਖਣਾ ਇਹ ਭਾਂਡਾ ਨਹੀਂ ਦੇਣਾ, ਤੇ ਪੁੱਤਰ ਮੈਂ ਸਾਰੀ ਉਮਰ ਤੁਹਾਡੇ ਵਾਸਤੇ ਹਲ ਵਾਏ ਹੈ, ਕਈਆਂ ਜੋਤਰੀਆਂ, ਤੇ ਮੇਰੇ ਤੇ ਮਿਹਰ ਕਰੋ, ਮੇਰੀ ਓਕ 'ਚ ਹੀ ਪਾਣੀ ਪਾ ਦਿਓ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਤੇਰੀ ਓਕ ਵਿੱਚ ਵੀ ਪਾਣੀ ਨਹੀਂ ਪਾਉਣਾ ਕਿਸੇ ਨੇ, ਜਿਨ੍ਹਾਂ ਦੀ ਖਾਤਰ ਤੂੰ ਮਹਾਰਾਜ ਦਾ ਦਰ ਛੱਡਿਆ ਹੋਇਆ ਹੈ। ਤੋ ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਤ ਦਿਨ ਦੇਹ ਬਿਨਸੀ। ਜਦੋਂ ਸਰੀਰ ਬਿਨਸਦਾ ਹੈ ਨਾ, ਤਿਤ ਵੇਲ ਹੈ ਕਹਿਸਨ ਪ੍ਰੇਤ। ਉਦੋਂ ਫਿਰ ਸਾਰਾ ਟੱਬਰ ਜਿਹੜਾ ਜਿਉਂਦੇ ਦੇ ਅੱਗੇ ਪਿੱਛੇ ਤੁਰਿਆ ਫਿਰਦਾ ਹੈ। ਮਰੇ ਤੋਂ ਬਾਅਦ ਖਾਲਸਾ ਜੀ ਮਹਾਰਾਜ ਕਹਿੰਦੇ ਬੌਰੇ ਤੋਹੇ ਘਰ ਹੀ ਨਾ ਰੱਖਿਆ ਕੋਈ, ਤੈਨੂੰ ਇੱਕ ਘੜੀ ਨਹੀਂ ਕਿਸੇ ਨੇ ਘਰ ਵਿੱਚ ਰੱਖਣਾ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ। ਪਤਨੀ ਖਾਲਸਾ ਜੀ ਬੜਾ ਸਾਥ ਨਿਭਾਉਂਦੀ ਹੈ ਪ੍ਰਾਣੀ ਦਾ। ਜਿਉਂ ਆਨੰਦ ਕਾਰਜ ਵਿਵਾਹ ਹੁੰਦਾ ਹੈ, ਦੁੱਖ ਸੁੱਖ ਵਿੱਚ ਸਭ ਥਾਂ 'ਤੇ ਸਾਥ ਦੇ ਸਕਦੀ ਹੈ। ਪਰ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਸਮਾਂ ਜਦੋਂ ਪੈਂਦਾ ਹੈ, ਇਹ ਸਰੀਰ 'ਚੋਂ ਜੋਤ ਉੱਡ ਜਾਂਦੀ ਹੈ ਨਾ, ਘਰ ਕੀ ਨਾਰ ਬਹੁਤ ਹਿਤ ਜਾਸਿਓ। ਘਰ ਦੀ ਜਿਹੜੀ ਨਾਰ ਹੁੰਦੀ ਨਾ, ਪਤਨੀ ਜਿਹੜੀ ਬੜਾ ਪ੍ਰੇਮ ਕਰਦੀ ਤੇਰਾ ਤੇ ਤੂੰ ਉਹਦਾ ਕਰਦਾ। ਘਰ ਕੀ ਨਾਰ ਬਹੁਤ ਹਿਤ ਜਾਸਿਓ ਰਹਿਤ ਸਦਾ ਸੰਗ ਲਾਗੀ, ਜਿਹੜੀ ਸਦਾ ਹੀ ਤੇਰੇ ਲੜ ਲੱਗੀ ਰਹਿੰਦੀ ਹੈ। ਜਬ ਹੀ ਹੰਸ ਤਜੀ ਇਹ ਕਾਇਆ। ਜਦੋਂ ਇਹ ਸਰੀਰ ਹੰਸ ਛੱਡ ਗਿਆ ਨਾ, ਵਿਚਲਾ ਜੋਤ ਉੱਡ ਗਈ, ਭਾਵ ਚੜ੍ਹਾਈ ਕਰ ਗਿਆ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਤੋ ਪ੍ਰੇਤ ਪ੍ਰੇਤ ਕਹਿ ਕੇ ਭੱਜੇਗੀ ਸਾਰਿਆਂ ਤੋਂ ਪਹਿਲਾਂ। ਤੋ ਇਹ ਵਿਧ ਕੋ ਵਿਵਹਾਰ ਬਣੇ ਹੋਇਆ। ਮਾਰੇ ਕਹਿੰਦੇ ਸੰਸਾਰ ਦੀ ਪਰਮੇਸ਼ਰ ਨੇ ਵਿਧੀ ਬਣਾਈ ਹੈ, ਪਰ ਤੈਨੂੰ ਅਜੇ ਤੱਕ ਮੱਤ ਨਾ ਆਈ। ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਸੰਸਾਰ ਵਿੱਚ ਜੋ ਕੁਝ ਦਿਸਦਾ ਹੈ, ਨਾਮ ਤੋਂ ਬਿਨਾਂ ਸਾਰਾ ਕੁਝ ਬਿਰਥ ਝੂਠਾ ਬੇਫਲ ਹੈ। ਇਸ ਤੋਂ ਇਲਾਵਾ ਗੁਰਬਾਣੀ ਖਾਲਸਾ ਦੀ ਬੇਅੰਤ ਥਾਂ 'ਤੇ ਸਤਿਗੁਰੂ ਖਾਸ ਕਰਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਜਿਹੜੀ ਬਾਣੀ ਹੈ ਨਾ, ਇਹ ਮਹਾਰਾਜ ਦੀ ਸਾਰੀ ਬਾਣੀ ਬਰਾਗਮਈ ਆ। ਤੁਸੀਂ ਪੜ੍ਹੋ ਗੁਰੂ ਤੇਗ ਬਹਾਦਰ ਮਹਾਰਾਜ ਦੇ 9ਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹਦੇ ਹਾਂ ਆਪਾਂ ਭੋਗ ਦੇ, ਉਹਦੇ ਵਿੱਚ ਵੇਖੋ ਥਾਂ ਥਾਂ ਮਹਾਰਾਜ ਨੇ ਸੁਖ ਮੈਂ ਬਹੁਤ ਆਣ ਮਿਲ ਬੈਠਤ ਰਹਿਤ ਚਹੂੰ ਦਿਸ ਘੇਰਾ। ਤੋ ਜਬ ਹੀ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਕਹਿੰਦੇ ਆ ਕਿ ਸੁਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ।
ਸੁੱਖ ਵਿੱਚ ਬਹੁਤ ਮਿੱਤਰ ਬਣਨਗੇ, ਦੁੱਖ ਵਿਪਤਾ ਪੈਣ ਤੇ ਕੋਈ ਤੇਰੇ ਨਾਲ ਖੜਨ ਵਾਲਾ ਨਹੀਂ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਪਰਿਵਾਰ ਹੀ ਖਾਸ ਹੈ ਨਾ। ਪਰਿਵਾਰ ਤਾਂ ਦੂਰ ਦੀ ਗੱਲ ਖਾਲਸਾ ਜੀ, ਸਰੀਰ ਆਪਣੇ ਨਾਲ ਪੈਦਾ ਹੋਇਆ। ਆਤਮਾ ਨੂੰ ਜਦੋਂ ਜੰਮੇ ਆ ਸਰੀਰ ਨਾਲ ਮਿਲਿਆ ਸਾਨੂੰ ਮਾਤਾ ਦੇ ਉਦਰ ਵਿੱਚੋਂ, ਹੋਰ ਤਾਂ ਹੋਰ ਸਰੀਰ ਵੀ ਨਾਲ ਨਹੀਂ ਤੁਰਨ ਜੋਗਾ ਹੈ। ਜਦੇ ਹੀ ਹਵਾ ਨਿਕਲ ਜਾਂਦੀ ਹੈ, ਸਰੀਰ ਜੋਤ ਉੱਡ ਜਾਂਦੀ ਹੈ ਤੇ ਸਰੀਰ ਉੱਥੇ ਹੀ ਢੇਰੀ ਹੋ ਜਾਂਦਾ ਹੈ। 4 ਬੰਦੇ ਚੁੱਕ ਕੇ ਸ਼ਮਸ਼ਾਨ ਵਿੱਚ ਲੈ ਕੇ ਜਾਂਦੇ ਤਾਂ ਉੱਥੇ ਤੱਕ ਵੀ ਨਹੀਂ ਨਾਲ ਜਾਂਦਾ ਤੁਹਾਡੇ। ਤੋ ਸੱਚੇ ਪਾਤਸ਼ਾਹ ਬਾਰੇ ਕਹਿੰਦੇ ਜਿਤ ਦਿਨ ਦੇਹ ਬਿਨਸ ਸੀ, ਜਦੋਂ ਦੇਹ ਬਿਨਸੇਗੀ ਨਾ ਸਰੀਰ ਨਾਸ਼ ਹੋਣਾ ਅੰਤਲੇ ਸਮੇਂ, ਤਿਤ ਵੇਲੇ ਕਹਿ ਸਨ ਪ੍ਰੇਤ, ਉਸ ਸਮੇਂ ਤੇਰੇ ਆਪਣਿਆਂ ਤੈਨੂੰ ਪ੍ਰੇਤ ਪ੍ਰੇਤ ਕਹਿ ਕਰਕੇ ਲੜ ਛਿੜਕਾਏ ਤ੍ਰਿਆ ਰੋਵੈ, ਦੇਹਰੀ ਬੈਠੀ ਮਹਿਰੀ ਰੋਵੈ, ਖਟਿਆ ਲੈ ਗਏ ਭਾਈ। ਤੋ ਸੱਚੇ ਪਾਤਸ਼ਾਹ ਬਾਰੇ ਕਹਿੰਦੇ ਐਸੀ ਹਾਲਤ ਸੰਸਾਰ ਦੀ ਹੈ, ਪਕੜ ਚਲਾਏ ਨੰਦੂਤ ਜਾਮ, ਕਿਸੇ ਨਾ ਦੇਨੀ ਭੇਤ। ਜਿਹੜੇ ਜਾਮ ਹੈ, ਜਮਾਂ ਦੇ ਦੂਤਾਂ ਨੇ ਪਕੜ ਕੇ ਤੈਨੂੰ ਕੇਸਾਂ ਤੋਂ ਕਿੱਧਰ ਲੈ ਜਾਣਾ, ਕਿਸੇ ਨਾ ਦੇਨੀ ਭੇਤ। ਇਹ ਕਿਸੇ ਨੂੰ ਭੇਤ ਨਾ ਤੂੰ ਦੇ ਕੇ ਜਾਣਾ ਹੈ ਤੇ ਨਾ ਜਮਾਂ ਨੇ ਭੇਤ ਦੇਣਾ ਹੈ। ਤੈਨੂੰ ਕਿੱਥੇ ਲੈ ਕੇ ਜਾਣਗੇ, ਕੀ ਕੁਝ ਹੋਣਾ ਤੇਰੇ ਨਾਲ ਉਸ ਤੋਂ ਬਾਅਦ। ਮਹਾਰਾਜ ਕਹਿੰਦੇ ਨਾ ਜਮਾਂ ਨੇ ਭੇਤ ਦੇਣਾ ਹੈ ਤੇ ਨਾ ਜਾਂਦਿਆਂ ਤੂੰ ਦੱਸ ਕੇ ਜਾਣਾ ਪਰਿਵਾਰ ਜਾਂ ਸੰਸਾਰ ਨੂੰ ਵੀ ਹੁਣ ਮੈਂ ਫਲਾਣੀ ਥਾਂ ਚੱਲਿਆ ਹਾਂ। ਜਦੋਂ ਸ਼ਮਸ਼ਾਨ ਭੂਮ ਵਿੱਚੋਂ ਜਾਂ ਘਰ ਵਿੱਚ ਸੁਆਹ ਖਿਲਾਰ ਕੇ ਉਹ ਬੱਠਲ ਭਾਂਡੇ ਮੂਧੇ ਮਾਰ ਮਾਰ ਵਹਿੰਦੇ ਆ ਵੀ ਖਰੇ ਕਿਹੜਾ ਪੈੜ ਬਣ ਗਈ ਆ, ਕੋਈ ਕਿਹੜੇ ਜੂਨ ਵਿੱਚ ਗਿਆ ਮਨੁੱਖ। ਇਹ ਖਾਲਸਾ ਜੀ ਮਿਲਿਆ ਕਿਤੇ ਤੋ ਇਹ ਤਾਂ ਜਿਹੋ ਜਿਹੇ ਕਰਮ ਕੀਤੇ ਹੈ ਵੈਸਾ ਹੀ, ਜੈਸੀ ਮਨਸਾ ਤੈਸੀ ਦਸ਼ਾ ਹੁੰਦੀ ਹੈ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਜਦੇ ਹੀ ਇਹ ਸਰੀਰ ਨਾਸ਼ ਹੁੰਦਾ ਹੈ ਨਾ, ਚੜ੍ਹਾਈ ਕਰਦਾ ਪ੍ਰਾਣੀ, ਤੇ ਛੱਡ ਖੜੋਤੇ ਖਿਨੈ ਮਾਹੇ, ਇੱਕ ਖਿਣ 'ਚ ਹੀ ਛੱਡ ਦਿੰਦੇ ਹੈ। ਜਿਨ ਸਿਉ ਲੱਗਾ ਹੇਤ, ਜਿਨ੍ਹਾਂ ਵਾਸਤੇ ਸਾਰੀ ਉਮਰ ਬੜਾ ਬਣਦਾ ਨਾ ਦਾਨਾ, ਸਿਆਣਾ ਬਣ ਕੇ ਜਿਨ੍ਹਾਂ ਦੇ ਜੇਬਾਂ ਭਰਦਾ, ਪਾਲਣ ਵਾਸਤੇ ਪਾਤਸ਼ਾਹ ਦੇ ਘਰ ਨੂੰ ਕੰਡ ਕਰਦਾ ਹੈ ਨਾ। ਮਹਾਰਾਜ ਕਹਿੰਦੇ ਜੇ ਸੰਸਾਰ ਦੇ ਲੋਕ ਕੋਈ ਰਿਸ਼ਤੇਦਾਰ ਤਾਂ 4 ਘੜੀ ਚੁੱਕ ਕੇ ਤੈਨੂੰ ਅੱਗੇ ਪਿੱਛੇ ਕਰ ਦੇਣਗੇ, ਲੈ ਜਾਂਦੇ ਆ। ਜਦੋਂ ਦੇਹ ਬਿਣਸਦੀ ਹੈ ਫਿਰ ਇੱਕ ਖਿਣ ਵਿੱਚ ਹੀ ਛੱਡ ਦਿੰਦੇ ਆ। ਖਿਣ ਖਾਲਸਾ ਜੀ ਕਿੰਨਾ ਹੁੰਦਾ, ਕਿਸੇ ਰੁੱਖ ਦਾ ਪੱਤਾ ਉਹਦੇ ਵਿੱਚ ਸੂਈ ਦਾ ਨੱਕਾ ਮਾਰੀਏ ਨਾ ਤੇ ਹੋ ਸਕਦਾ 2 ਜਾਂ 3 ਛਿਣ ਲੱਗਦੇ। ਹੁਣ ਇੱਕ ਛਿਣ ਦੀ ਗਿਣਤੀ ਨਹੀਂ ਹੁੰਦੀ, ਇੰਨਾ ਥੋੜ੍ਹਾ ਹੁੰਦਾ। ਭਾਵ ਜਿਹੜਾ ਸਮੇਂ ਦੀ ਆਰੰਭਤਾ ਛਿਣ ਤੋਂ ਹੁੰਦੀ ਹੈ। ਤੋ ਗਰੀਬ ਨਵਾਜ ਕਹਿੰਦੇ ਜਦੋਂ ਸਰੀਰ ਛੱਡ ਜਾਂਦਾ ਹੈ ਨਾ ਜੀਵ, ਉਸ ਸਮੇਂ ਫਿਰ ਛੱਡ ਖੜੋਤਾ ਖਿਨੈ ਮਾਹੀ, ਇੱਕ ਛਿਣ 'ਚ ਹੀ ਛੱਡ ਦੇਣਾ ਤੈਨੂੰ ਇਹਨਾਂ ਨੇ। ਕਿਹਨਾਂ ਨੇ? ਜਿਨ ਸਿਉ ਲੱਗਾ ਹੇਤ, ਜਿਨ੍ਹਾਂ ਦੇ ਨਾਲ ਬਹੁਤ ਤੇਰਾ ਹੇਜ ਹੈ, ਬਹੁਤ ਪ੍ਰੇਮ ਲੱਗਾ ਹੋਇਆ ਹੈ। ਅੱਗੇ ਫਿਰ ਮਹਾਰਾਜ ਕਹਿੰਦੇ ਕੀ ਹੋਵੇਗਾ, ਨਾਮ ਤੋਂ ਹੀਣਿਆ ਤੇਰੇ ਨਾਲ, ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤ। ਹੱਥ ਮੁੜ ਜਾਣੇ ਆ ਜਦੋਂ ਸਰੀਰ ਜਾਨ ਨਿਕਲਦੀ ਨਾ ਖਾਲਸਾ ਜੀ। ਇੱਕ ਗਰੁੜ ਪੁਰਾਣ ਹੈ ਹਿੰਦੂ ਮਤ ਦਾ, ਉਹਦੇ ਵਿੱਚ ਇਹ ਜ਼ਿਕਰ ਆਉਂਦਾ ਵੀ 70,000 ਬਿੱਛੂ ਇਕੱਠਾ ਡੰਗ ਮਾਰ ਜਾਵੇ, ਸਰੀਰ ਜਦੋਂ ਨਿਕਲਦਾ ਹੈ ਨਾ ਆਤਮਾ ਜੀਓ ਸਰੀਰ 'ਚੋਂ, ਕਹਿੰਦੇ 70,000 ਬਿੱਛੂ ਦੇ ਇਕੱਠਾ ਡੰਗ ਮਾਰਨ ਜਿੰਨਾ ਸਰੀਰ ਆਤਮਾ ਜਦੋਂ ਅੱਡ ਹੁੰਦੇ ਆ, ਇੰਨਾ ਦੁੱਖ ਹੁੰਦਾ। ਜਿਹਦੀ ਬਾਬਤ ਭਗਤ ਫਰੀਦ ਸਾਹਿਬ ਜੀ ਕਹਿੰਦੇ ਆ ਨਾ, ਜਿੰਦ ਫਰੀਦਾ ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂੰ ਕੜਕਾਏ। ਕਹਿੰਦੇ ਜਮ ਜਿਹੜਾ ਨਾ ਉਹ ਹੱਡਾਂ ਨੂੰ ਕੜਕਾ ਕੇ ਭੰਨ ਕੇ ਜਿੰਦ ਕੱਢਦਾ ਵਿੱਚੋਂ। ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆ ਕਿ ਸਰੀਰ ਜਦੋਂ ਚੜ੍ਹਾਈ ਕਰਦਾ ਨਾ ਪ੍ਰਾਣੀ, ਉਦੋਂ ਇਹ ਸੋਹਣਾ ਸਰੀਰ ਜਿਹਨੂੰ ਕਦੇ ਪੂੰਝਦਾ ਨਹੀਂ ਥੱਕਦਾ, ਕਦੇ ਇਹ ਸੋਚਦਾ ਵੀ ਜੇ ਮੈਂ ਸੰਗਤ ਕਰਾਂਗਾ ਤੇ ਉੱਥੇ ਬਹਿਣ ਦਾ ਕੀ ਲਾਭ, ਸਰੀਰ ਦੇ ਸੁੱਖ ਵਾਸਤੇ ਮੈਂ ਕੋਈ ਵਿਸ਼ਾ ਭੋਗ ਲਵਾਂ। ਗਰੀਬ ਨਵਾਜ ਕਹਿੰਦੇ ਹੱਥ ਮਰੋੜੈ, ਹੱਥ ਤੇਰੇ ਮੁੜ ਜਾਣੇ ਆ। ਤਨ ਕਪੇ, ਤੇ ਜਿਹੜਾ ਸਰੀਰ ਹੈ ਬਹੁਤ ਕਪਾਇਆ ਜਾਂਦਾ ਹੈ ਜਦੋਂ ਸਰੀਰ ਦੇ ਵਿੱਚੋਂ ਆਤਮਾ ਨਿਕਲਦੀ ਹੈ। ਸਿਆਹ ਹੋਆ ਸੇਤ, ਸਿਆਹ ਹੋ ਨਾਮ ਖਾਲਸਾ ਜੀ ਸੁਆਹ ਦਾ ਵੀ ਹੈ ਤੇ ਸ਼ਾਹ ਦਾ ਵੀ ਹੈ। ਸੇਤ ਨਾਮ ਚਿੱਟਾ ਸ਼ਾਹ ਹੋ ਜਾਣਾ, ਖੂਨ ਜੰਮ ਜਾਂਦਾ ਹੈ ਤੇ ਸਰੀਰ ਦੀ ਚਮੜੀ ਖਾਲਸਾ ਜੀ ਐਨ ਜਿਵੇਂ ਵਿੱਚ ਕੁਝ ਨਹੀਂ ਹੁੰਦੀ, ਰੂੰ ਦੇ ਫੰਬੇ ਵਰਗਾ ਬਣ ਜਾਂਦਾ। ਉਹ ਸਿਆਹ ਹੋ ਨਾਮ, ਸ਼ਾਹ ਦਾ ਭਾਵ ਕਾਲੇ ਦਾ ਵੀ ਆ ਜਾਂਦਾ ਹੈ। ਸਰੀਰ ਸਿਆਹ ਹੋ ਕਹੀਏ ਕਾਲਾ ਹੋ ਜਾਂਦਾ ਹੈ, ਜਾਂ ਹੋਆ ਸੇਤ, ਸੇਤ ਨਾਮ ਚਿੱਟੇ ਦਾ, ਚਿੱਟਾ ਹੋ ਜਾਂਦਾ ਹੈ।
ਤੋ ਇਸ ਤਰ੍ਹਾਂ ਸਰੀਰ ਦੀ ਅੰਤਲੀ ਹਾਲਤ ਹੈ। ਜਿਹਾ ਬੀਜੈ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਤੋ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਅੱਗੇ ਕੀ ਹੋਣਾ ਹੈ? ਜਿਹਾ ਬੀਜੈ, ਜਿਹੜਾ ਤੂੰ ਜੀਵਨ ਆਪਦੇ ਵਿੱਚ ਬੀਜਿਆ ਹੋਇਆ ਨਾ ਉਹੀ ਵੱਢਣਾ। ਲੁਣੈ ਨਾਮ ਵੱਢਣ ਦਾ। ਜਿਹੋ ਜਿਹਾ ਬੀਜਿਆ ਸੀ ਕਰਮ ਕੀਤੇ ਹੈ, ਕਰਮਾਂ ਸੰਦੜਾ ਖੇਤ। ਇਹ ਤਾਂ ਖੇਤ ਜਿਹੜਾ ਨਾ ਇਹ ਕਰਮ ਰੂਪੀ ਬੀਜ ਬੀਜਿਆ ਜਾਂਦਾ ਖਾਲਸਾ ਜੀ, ਮਨੁੱਖਾ ਜਾਮੇ ਰੂਪੀ ਖੇਤ ਵਿੱਚ। ਜਿਹੋ ਜਿਹੇ ਕਰਮ ਕਰੀ ਜਾਵਾਂਗੇ ਵੈਸਾ ਵੈਸਾ ਫਲ ਜਿਹੜਾ ਵੱਢਣਾ ਪਵੇਗਾ। ਭਗਤਾਂ ਦੇ ਕਥਨ ਅਨੁਸਾਰ ਕਹਿੰਦੇ ਆ ਕਿ ਭਾਲੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏਂਦਾ ਪੈਂਦਾ ਲੋੜ ਹੈ ਪੱਟ। ਕਹਿੰਦੇ ਜੇ ਜੱਟ ਕਿੱਕਰ ਬੀਜੇ ਤੇ ਆਖੇ ਮੈਨੂੰ ਬਜੌਰ ਦੇਸ਼ ਦੀਆਂ ਦਾਖਾਂ ਮਿਲਣਗੀਆਂ, ਇਹ ਨਹੀਂ ਹੋ ਸਕਦਾ। ਹੰਢੈ ਉੱਨ ਕਤਾਏਂਦਾ ਤੇ ਪੈਦਾ ਲੋੜ ਹੈ ਪੱਟ। ਤੇ ਕਹਿੰਦੇ ਜੇ ਪਸ਼ਮੀਨੇ ਦਾ ਕੱਪੜਾ ਲੋਚੇ ਤੇ ਜੇ ਉਣਿਆ ਉੱਨ ਦਾ ਹੈ ਤੇ ਉੱਨ ਦਾ ਵਸਤਰ ਹੀ ਮਿਲੇਗਾ। ਪੈਦਾ ਲੋੜ ਹੈ ਪੱਟ। ਸੋਚਣ ਦੇ ਨਾਲ ਤਾਂ ਨਹੀਂ ਨਾ ਕੋਈ ਹੁਣ ਇਹਨੂੰ ਪਸ਼ਮੀਨੇ ਦੇ ਕੱਪੜੇ ਮਿਲਣ ਲੱਗੇ। ਤੋ ਜਿਹੋ ਜਿਹਾ ਕੁਝ ਬੀਜੇਗਾ ਉਹ ਜਿਹਾ ਪ੍ਰਾਪਤ ਹੁੰਦਾ ਹੈ। ਅੱਗੇ ਸੱਚੇ ਪਾਤਸ਼ਾਹ ਮਹਾਰਾਜ ਦਇਆ ਕਰਦੇ ਹੈ ਅੰਤਲੀ ਪੰਕਤੀ ਅੰਦਰ, ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਹੁਣ ਸਾਧ ਸੰਗਤ ਪਿੱਛੇ ਮਹਾਰਾਜ ਨੇ ਸਾਰੇ ਸ਼ਬਦ ਅੰਦਰ ਜਿੰਨੀਆਂ ਪੰਕਤੀਆਂ ਉਚਾਰੀਆਂ ਉਹਦੇ ਵਿੱਚ ਸ਼ੀਸ਼ਾ ਵਿਖਾਇਆ ਹਜ਼ੂਰ ਨੇ ਵੀ ਵਾਸਤਵ ਵਿੱਚ ਸੰਸਾਰ ਕੈਸਾ ਹੈ। ਹੁਣ ਇਹ ਸ਼ਬਦ ਸੁਣ ਕੇ ਸਿੱਖ ਜਿਹੜਾ ਉਹ ਜਗਿਆਸਾ ਰੱਖੇ, ਮਹਾਰਾਜ 'ਤੇ ਭਰੋਸਾ ਰੱਖੇ ਅਤੇ ਗਰੀਬ ਨਵਾਜ ਮਹਾਰਾਜ 'ਤੇ ਭਰੋਸਾ ਰੱਖ ਕੇ ਫਿਰ ਪੁੱਛੀਏ, ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੇ ਸਾਰਾ ਸੰਸਾਰ ਝੂਠਾ ਹੈ, ਮਾਤਾ ਪਿਤਾ ਬਾਲ ਬੱਚੇ ਕੁੱਲ ਸੰਸਾਰ ਝੂਠਾ ਹੈ, ਇੱਥੋਂ ਤੀਕਰ ਮਹਾਰਾਜ ਤੁਸੀਂ ਕਹਿੰਦੇ ਹੋ ਸਰੀਰ ਵੀ ਝੂਠਾ ਹੈ, ਅਤੇ ਮਹਾਰਾਜ ਫਿਰ ਕੀ ਕੀਤਾ ਜਾਵੇ? ਸਾਨੂੰ ਰਾਹ ਪਾਓ ਗਰੀਬ ਨਵਾਜ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੰਤਲੀ ਪੰਕਤੀ ਅੰਦਰ ਖਾਲਸਾ ਜੀ, ਭੂਲੇ ਮਾਰਗ ਜਿਨ੍ਹੈ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਹਜ਼ੂਰ ਰਾਹ ਵਿਖਾਉਂਦੇ ਹੋਏ ਦੱਸਦੇ ਹੈ, ਨਾਨਕ ਪ੍ਰਭ ਸਰਨਾਗਤੀ। ਮਹਾਰਾਜ ਕਹਿੰਦੇ ਪਰਮੇਸ਼ਰ ਦੀ ਸਰਨਾਗਤੀ, ਸ਼ਰਨ ਵਿੱਚ ਆ ਜਾ। ਕੀ ਹੋਵੇਗਾ? ਚਰਨ ਬੋਹਿਤ ਪ੍ਰਭ ਦੇਤ। ਜਿਹੜਾ ਪ੍ਰਭੂ ਹੈ ਨਾ ਉਹ ਆਪਣੇ ਗੁਰਬਾਣੀ ਰੂਪੀ ਚਰਨਾਂ ਦਾ ਜਹਾਜ਼ ਤੈਨੂੰ ਦੇ ਦੇਵੇਗਾ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਤੋ ਨਾਮ ਦਾ ਜਹਾਜ਼ ਤੈਨੂੰ ਪਰਮੇਸ਼ਰ ਗੁਰੂ ਨਾਨਕ ਦੇਵ ਸਾਹਿਬ ਜੀ ਦੇਣਗੇ। ਬਾਣੀ ਦੇ ਜਹਾਜ਼ ਲੜ ਲੱਗ ਕੇ ਤੂੰ ਇਸ ਸੰਸਾਰ ਤੋਂ ਤਰ ਜਾਵੇਂਗਾ। ਸੇ ਭਾਦੋਏ ਨਰਕ ਨ ਪਾਈਆ ਹੈ, ਗੁਰ ਰੱਖਣ ਵਾਲਾ ਹੇਤ। ਤੋ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਗੁਰੂ ਨਾਲ ਹੇਤ ਰੱਖਦਾ ਹੈ, ਸੰਸਾਰ ਨੂੰ ਛੱਡ ਕੇ ਵਿਸ਼ਿਆਂ ਨੂੰ ਛੱਡ ਕੇ ਬਾਣੀ ਨਾਲ ਪ੍ਰੇਮ ਰੱਖਦਾ, ਹੇਤ ਨਾਮ ਪ੍ਰੇਮ ਦਾ, ਮੋਹ ਦਾ, ਲਗਨ ਦਾ। ਜਿਹਦੀ ਲਗਨ ਜਿਹਦਾ ਪ੍ਰੇਮ ਗੁਰਬਾਣੀ ਨਾਲ ਹੈ, ਪੂਰੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨਾਲ ਹੈ, ਸੇ ਭਾਦੋਏ ਨਰਕ ਨਾ ਪਾਈ ਹੈ। ਭਾਦੋਏ ਕਲਯੁਗ ਦੇ ਸਮੇਂ ਅੰਦਰ ਜਾਂ ਭਾਦਰੋਂ ਮਹੀਨੇ ਦੁਆਰਾ ਪਾਤਸ਼ਾਹ ਉਪਦੇਸ਼ ਕਰਦੇ ਹੈ, ਉਹ ਜੀਵ ਖਾਲਸਾ ਦੀ ਨਰਕ ਨਾ ਪਾਈ ਹੈ, ਉਹ ਨਰਕਾਂ ਵਿੱਚ ਨਹੀਂ ਪਾਏ ਜਾਂਦੇ। ਕਿਉਂ? ਗੁਰ ਰੱਖਣ ਵਾਲਾ ਹੇਤ। ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਹੇਤ ਕਹੀਏ ਪ੍ਰੇਮ ਰੱਖਣ ਵਾਲੇ ਆ, ਜਿਹਦਾ ਰਖਵਾਲਾ ਖਾਲਸਾ ਜੀ ਪਰਮੇਸ਼ਰ ਆਪ ਹੋਵੇ। ਨਾਨਕ ਪ੍ਰਕਾਸ਼ ਅੰਦਰ ਆਪਾਂ ਕਥਨ ਸੁਣਿਆ, ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਉਦਾਸੀਆਂ 'ਤੇ ਗਏ ਆ ਨਾ, ਅਤੇ ਉੱਥੇ ਖਾਲਸਾ ਜੀ ਮਹਾਰਾਜ ਨਗਰ 'ਚੋਂ ਰਹੇ ਇੱਕ ਰਾਤ। ਉਹ ਲਟੇਰਿਆਂ ਦਾ ਪਿੰਡ ਸੀਗਾ ਸਾਰਾ, ਜਿਹੜਾ ਆਉਂਦਾ ਉਸੇ ਦਾ ਗਲ ਘੁੱਟ ਕੇ ਸਾਰੇ ਗਹਿਣੇ ਗੱਟੇ ਲਾਹ ਲੈਂਦੇ ਸਨਗੇ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਇੱਕ ਦੇ ਘਰੇ ਰਹੇ, ਉਹਦੀ ਇੱਛਾ ਸੀ, ਮਹਾਰਾਜ ਨੇ ਕੌਤਕ ਰਚਿਆ, ਮਹਾਰਾਜ ਆਪ ਲਾੜਾ ਬਣ ਗਏ, ਮਰਦਾਨੇ ਨੂੰ ਘੁੰਡ ਜਾ ਕਢਾ ਕੇ ਲਾੜੀ ਬਣਾ ਲਿਆ, ਅਤੇ ਭਾਈ ਬਾਲਾ ਜੀ ਸਰਵਾਲਾ ਬਣ ਗਏ। ਗਹਿਣੇ ਹਾਰ ਹੀਰੇ ਮੋਤੀ ਪਾ ਕੇ ਸੋਹਣੇ ਮਹਾਰਾਜ ਸੱਚੇ ਪਾਤਸ਼ਾਹ ਪਿੰਡ 'ਚ ਜਾ ਵੜੇ। ਜਦੋਂ ਪਿੰਡ 'ਚ ਬੈਠੇ ਸੱਚੇ ਪਾਤਸ਼ਾਹ ਜੀ, ਅਤੇ ਜਿਹਦੇ ਘਰ ਰਹੇ ਨਾ, ਸਾਨੂੰ ਰਾਤ ਘਟਾ ਦਿਓ ਜੀ, ਅਸੀਂ ਲੇਟ ਹੋ ਗਏ ਹਾਂ। ਉਹ ਆਖਿਆ ਜੀ ਬਰਾਤ ਸਾਰੀ ਲੁੱਟੀ ਗਈ ਹੈ ਅਤੇ ਅਸੀਂ ਤਿੰਨੇ ਹੀ ਬਚੇ ਹਾਂ, ਲਾੜੀ ਹੈ ਮੇਰੀ, ਮਹਾਰਾਜ ਕਹਿੰਦੇ ਆ ਇੱਕ ਸਰਬਾਲਾ ਅਤੇ ਇੱਕ ਅਸੀਂ ਬਚੇ ਹਾਂ, ਸਾਨੂੰ ਰਾਤ ਘਟਾ ਦਿਓ। ਉਹਨਾਂ ਆਖਿਆ ਵੀ ਇੰਨੇ ਹੀਰੇ ਗਹਿਣੇ ਲੱਦੇ ਹੋਏ ਆ, ਆਓ ਜੀ। ਸਤਿਕਾਰ ਕਰਕੇ ਘਰੇ ਬਿਠਾ ਲਿਆ। ਮਨ ਵਿੱਚ ਮਨਸਾ ਤਾਰੀ ਵੀ ਅੱਧੀ ਕਿ ਰਾਤ ਨੂੰ ਜਦੋਂ ਸੌਂ ਜਾਣਗੇ ਅਤੇ ਗਲ ਘੁੱਟ ਕੇ ਨਾ ਤਿੰਨਾਂ ਦਾ ਅਤੇ ਸਾਰੇ ਗਹਿਣੇ ਗੱਟੇ ਲਾਹ ਲਵਾਂਗੇ। ਬੜੀ ਸੇਵਾ ਕੀਤੀ। ਤੋ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਇਸ ਘਰ ਵਿੱਚ ਬਰਾਜੇ ਇੱਕ ਰਾਤ। ਜਦੋਂ ਬਰਾਜ ਗਏ, ਉਹ ਜਾਗ ਹੀ ਨਾ ਆਈ ਸਾਰੀ ਰਾਤ ਇਸ ਨੂੰ। ਗੁਰੂ ਨਾਨਕ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਵੱਡੇ ਤੜਕੇ ਇਸ਼ਨਾਨ ਕਰਕੇ ਦੇ ਘਰੋਂ ਤੁਰ ਪਏ।
ਉਹ ਨਾਲ ਦੇ ਜਿਹੜੇ ਆਂਢ ਗੁਆਂਢ ਵਾਲੇ ਚੋਰ ਸਨ, ਉਹ ਉੱਥੋਂ ਦੀ ਕਹਿ ਲਓ ਵੀ ਯੂਨੀਅਨ ਬਣੀ ਹੋਈ ਸੀ ਵੀ ਜਿਹਦੇ ਘਰ ਵਿੱਚ ਵੀ ਕੋਈ ਲੁੱਟ ਕੋ ਕਰਨ ਵਾਸਤੇ ਕੋਈ ਠਹਿਰ ਜਾਵੇ ਨਾ, ਉਹਦਾ ਹਿੱਸਾ ਸਾਰੇ ਪਿੰਡ ਨੂੰ ਦੇਣਾ ਪੈਂਦਾ। ਨਾਲ ਦੇ ਆ ਗਏ, ਕਹਿੰਦੇ ਲਿਆ ਭਾਈ ਤੇਰੇ ਘਰੇ ਰਾਤ ਬੜਾ ਕਹਿੰਦੇ ਸ਼ਾਹੂਕਾਰ ਲਾੜਾ ਰਿਹਾ ਆ, ਲਾੜੀ ਸਮੇਤ ਸਾਨੂੰ ਸਾਡਾ ਹਿੱਸਾ ਦੇ ਜਿਹੜਾ ਉਹਨਾਂ ਤੋਂ ਲੁੱਟਿਆ ਈ। ਉਹ ਕਹਿੰਦੇ ਸੱਚ ਜਾਣੋ ਵੀ ਮੈਨੂੰ ਪਤਾ ਹੀ ਨਹੀਂ ਲੱਗਾ, ਤੁਸੀਂ ਆ ਕੇ ਜਗਾਇਆ, ਔਰ ਕਦੋਂ ਦੇ ਚਲੇ ਗਏ ਘਰੋਂ ਉੱਠ ਕੇ। ਚਲੋ ਲੱਭੀਏ। ਲੱਭਣ ਵਾਸਤੇ ਮਗਰ ਦੌੜੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਹਿਬ ਮਹਾਰਾਜ ਨਗਰ ਦੇ ਬਾਹਰ ਬੈਠੇ ਸਨਗੇ। ਉੱਥੇ ਬੈਠੇ ਹੋਏ ਇਹ ਖਾਲਸਾ ਜੀ ਆ ਗਏ, ਸਾਰਾ ਪਿੰਡ ਬੱਝ ਕਰਕੇ ਤੇ ਬੰਨ੍ਹ ਲਿਆ ਭਾਈ ਮਰਦਾਨਾ, ਬਾਬਾ ਬਾਲਾ ਜੀ ਵਰਗਿਆਂ ਨੂੰ। ਗੁਰੂ ਨਾਨਕ ਪਾਤਸ਼ਾਹ ਜੀ ਵੀ ਬਹਿ ਗਏ। ਮਾਰਨ ਲੱਗੇ ਤੇ ਮਹਾਰਾਜ ਕਹਿੰਦੇ ਵੀ ਸਾਨੂੰ ਤੁਸੀਂ ਮਾਰ ਤਾਂ ਦੇਣਾ ਹੀ ਹੈ, ਪਰ ਐਂ ਕਰੋ ਵੀ ਅਸੀਂ ਚਾਹੁੰਦੇ ਹਾਂ ਵੀ ਲੱਕੜਾਂ ਇਕੱਠੀਆਂ ਕਰਕੇ ਸਾਡਾ ਸੰਸਕਾਰ ਜ਼ਰੂਰ ਕਰ ਦਿਆ ਜੇ ਤੁਸੀਂ। ਕਹਿੰਦੇ ਜੀ ਚਲੋ ਠੀਕ ਹੈ। ਕਹਿੰਦੇ ਨਹੀਂ, ਸਾਡੇ ਜਿਉਂਦੇ ਜੀ ਲੱਕੜਾਂ ਇੱਥੇ ਲੈ ਕੇ ਆਓ, ਤੁਸੀਂ ਚੋਰ ਲੋਕ, ਤੁਹਾਨੂੰ ਕੀ ਪਰਵਾਹ, ਸਾਨੂੰ ਮਾਰ ਕੇ ਸੁੱਟ ਜਾਓਗੇ। ਮਹਾਰਾਜ ਨੇ ਕੌਤਕੀ ਵਰਤਾਉਣਾ ਸੀ ਕੋਈ। ਕਹਿੰਦਾ ਜੀ 7 ਵਜਨ ਲੱਕੜਾਂ ਇਕੱਠੀਆਂ ਕੀਤੀਆਂ, 3 ਚਿਖਾ ਬਣਾ ਲਈਆਂ ਵੱਡੀਆਂ, ਬਾਬਾ ਬਾਲਾ ਜੀ ਮਰਦਾਨਾ ਜੀ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਵਾਸਤੇ। ਤੇ ਕਹਿੰਦੇ ਜੀ ਹੁਣ ਅੱਗ ਕਿੱਥੋਂ ਲਿਆਈਏ? ਮਹਾਰਾਜ ਕਹਿੰਦੇ ਉਹ ਜਿੱਥੋਂ ਲੰਘ ਕੇ ਆਏ ਆ ਨਾ ਤੁਸੀਂ, ਸਾਹਮਣੇ ਚਿਖਾ ਬਲਦੀ ਸੀ। ਮਹਾਰਾਜ ਕਹਿੰਦੇ ਉਹ ਚਿਖਾ ਬਲਦੀ ਪਈ, ਉੱਥੋਂ ਲੱਕੜ ਕੱਢ ਲਿਓ, ਅੱਗ ਲੈ ਆਓ ਇੱਥੇ ਸਾਡੇ ਵਹਿੰਦਿਆਂ ਮਾਰ ਦਿਓ, ਅਸੀਂ ਉੱਥੇ ਬਹਿ ਜਾਵਾਂਗੇ ਚਿਖਾ 'ਤੇ। ਉਹ 3 ਜਣੇ ਇੱਥੇ ਖੜ੍ਹ ਗਏ, 2-4 ਜਣੇ ਜਦੋਂ ਚਿਖਾ ਤੋਂ ਲੱਕੜ ਅੱਗ ਲੈਣ ਗਏ ਨਾ ਖਾਲਸਾ ਜੀ, ਜਦੋਂ ਜਾਂਦੇ ਵਹਿੰਦੇ ਆ ਤੇ ਇੱਕ ਮਨੁੱਖ ਨੂੰ ਨਾ 2-4 ਬੜੇ ਵੱਡੇ ਸਰੀਰਾਂ ਵਾਲੇ ਬਹੁਤ ਕੁੱਟਦੇ ਪਏ ਆ, ਲਈ ਆਉਂਦੇ ਆ। ਇਹ ਲੰਘ ਗਏ ਕੋਲੋਂ ਦੋਵੇਂ ਲੈਣ ਵਾਸਤੇ ਲੱਕੜ, ਉੱਥੋਂ ਚਿਖਾ 'ਚੋਂ ਅੱਗ ਕੱਢ ਕੇ ਕੋਲੇ ਜਦੋਂ ਵਾਪਸ ਮੁੜੇ, ਫਿਰ ਉਸੇ ਮਨੁੱਖ ਨੂੰ ਪਾਲਕੀ 'ਚ ਬਹਾਇਆ ਹੋਇਆ। ਇੱਕ ਜਣਾ ਚੌਰ ਸਾਹਿਬ ਪਿਆ ਕਰੇ ਉਹਦੇ ਤੇ ਬੜੇ ਸੋਹਣੇ ਵਿਵਾਨ 'ਤੇ ਬਹਾ ਕੇ ਤੇ ਬੜੇ ਸਤਿਕਾਰ ਨਾਲ ਲਈ ਜਾਣ। ਬੜੇ ਹੈਰਾਨ ਹੁੰਦੇ ਆ। ਰਿਹਾ ਨਾ ਗਿਆ ਤੇ ਪੁੱਛਿਆ, ਕਹਿੰਦੇ ਵੀ ਜਦੋਂ ਅਸੀਂ ਇੱਧਰ ਨੂੰ ਲੰਘੇ ਹਾਂ ਤੇ ਤੁਸੀਂ ਇਹ ਮਨੁੱਖ ਨੂੰ ਕੁੱਟਦੇ ਪਏ ਸੀ, ਨਿਰਵਸਤਰ ਕਰਕੇ ਬਹੁਤ ਬੁਰੀ ਤਰ੍ਹਾਂ ਕੁੱਟ ਰਹੇ ਸੀ, ਤੇ ਹੁਣ ਅਸੀਂ ਆਏ ਹਾਂ ਤੇ ਤੁਸੀਂ ਉਸੇ ਬੰਦੇ ਨੂੰ ਪਾਲਕੀ 'ਚ ਚੜ੍ਹਾ ਕੇ ਚੌਰ ਸਾਹਿਬ ਕਰਕੇ ਲਈ ਜਾਂਦੇ ਹੋ। ਤਾਂ ਉਹ ਜਮ ਕਹਿਣ ਲੱਗੇ, ਕਹਿੰਦੇ ਕਿ ਇਹਦੇ 'ਤੇ ਪਰਮੇਸ਼ਰ ਦੀ ਨਿਗਾਹ ਪੈ ਗਈ ਹੈ। ਕਹਿੰਦੇ ਇੱਥੇ ਪਰਮੇਸ਼ਰ ਕਿੱਥੇ? ਕਹਿੰਦੇ ਉਹ ਭਲਿਓ, ਉਹ ਜਿਨ੍ਹਾਂ ਨੂੰ ਮਸ਼ਕਾਂ ਨੂੜ ਕੇ ਬੰਨੀ ਬੈਠੇ ਹੋ ਨਾ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ, ਜਿਨ੍ਹਾਂ ਨੂੰ ਮਾਰਨ ਦੀ ਗੱਲ ਕਰਦੇ ਹੋ, ਇਹ ਜਿਹੜਾ ਮਨੁੱਖ ਸੀ ਜਿਹਦੀ ਚਿਖਾ ਬਲਦੀ ਪਈ ਹੈ, ਸਾਰੀ ਉਮਰ ਇਹਨੇ ਕੋਈ ਢੰਗ ਦਾ ਕਾਰਜ ਨਹੀਂ ਕੀਤਾ, ਸਾਰੀ ਉਮਰ ਪਾਪ ਕੀਤੇ ਹੈ, ਇਹਦੇ ਪਾਪਾਂ ਦੀ ਸਜ਼ਾ ਮਿਲ ਰਹੀ ਸੀ, ਅਸੀਂ ਇਹਨੂੰ ਕੁੱਟਦੇ ਹੋਏ ਇੱਥੋਂ ਨਰਕ ਨੂੰ ਲੈ ਕੇ ਜਾਣਾ ਸੀ। ਪਰ ਗੁਰੂ ਨਾਨਕ ਪਾਤਸ਼ਾਹ ਨੇ ਉਹ ਇਸ਼ਾਰਾ ਜੋ ਕੀਤਾ ਸੀ ਵੀ ਉਹ ਚਿਖਾ ਉੱਥੋਂ ਅੱਗ ਲੈ ਉਹ ਕੱਢ ਕੇ। ਕਹਿੰਦੇ ਇਹਦੀ ਬਲਦੀ ਚਿਖਾ ਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਨਜ਼ਰ ਪੈ ਗਈ ਹੈ, ਇਸ ਲਈ ਹੁਣ ਇਹਨੂੰ ਅਸੀਂ ਨਰਕਾਂ ਨੂੰ ਨਹੀਂ, ਪਾਲਕੀ 'ਚ ਬਿਠਾ ਕੇ ਸੁਰਗ ਲੈ ਕੇ ਜਾਵਾਂਗੇ। ਤੋ ਉਹ ਫਿਰ ਖਿਆਲ ਆਇਆ, ਦੌੜੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨੀ ਡਿੱਗੇ। ਮਹਾਰਾਜ ਭੁੱਲ ਹੋ ਗਈ ਸਾਥੋਂ, ਆਪ ਸਾਨੂੰ ਕਿੱਥੇ ਗਿਆਨ ਸੀ ਆਪ ਜੀ ਪਰਮੇਸ਼ਰ ਉਹ। ਤੋ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸੇ ਭਾਦੋਏ ਨਰਕ ਨਾ ਪਾਈ ਹੈ ਗੁਰੂ ਰੱਖਣ ਵਾਲਾ ਹੇਤ। ਜਿੰਨੇ ਮਰਜ਼ੀ ਖਾਲਸਾ ਜੀ ਪਾਪ ਕੀਤੇ ਆ, ਜਿੰਨੇ ਮਰਜ਼ੀ ਕੁਕਰਮ ਹੁੰਦੇ ਆ ਚੇਤ ਅਚੇਤ, ਜਿਹਦੇ 'ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਨਿਗਾਹ ਕਿਸੇ ਦੀ ਚਿਖਾ 'ਤੇ ਵੀ ਪੈ ਜਾਵੇ ਨਾ ਖਾਲਸਾ ਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰੇ ਦਰਗਹ ਕਹੇ ਨਾ ਕੋਊ, ਆਓ ਬੈਠ ਆਦਰ ਸੁਭ ਦੇਉ। ਉਹਨੂੰ ਰੇ ਓਏ ਕਰਕੇ ਉੱਥੇ ਗਾਂ ਦਰਗਾਹ ਵਿੱਚ ਨਿਰਾਦਰ ਨਹੀਂ ਕੀਤਾ ਜਾਂਦਾ, ਸਤਿਕਾਰ ਦੇ ਨਾਲ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਕਹਿੰਦਾ ਹੈ ਕਿ ਕੋਈ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਆਇਆ ਹੈ, ਕੀਤੋ ਭਵਨ ਪੁਨੀਤ, ਮੇਰਾ ਧਰਮਪੁਰੀਏ ਨੇ ਜਿਹੜੀ ਹੈ ਉਹ ਪਵਿੱਤਰ ਕਰ ਦਿੱਤੀ ਹੈ। ਤੋ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਕਿ ਨਰਕ ਨਾ ਪਾਈ ਹੈ, ਨਾਮ ਰਸੀਏ, ਤੇ ਜਿਨ੍ਹਾਂ 'ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਹੇਤ ਹੈ, ਪ੍ਰੇਮ ਹੈ, ਉਹ ਨਰਕਾਂ ਨੂੰ ਨਹੀਂ ਭਾਈ ਪਾਏ ਜਾਂਦੇ। ਕਿਉਂ? ਕਿਉਂਕਿ ਗੁਰੂ ਰੱਖਣ ਵਾਲਾ ਹੇਤ ਗੁਰੂ ਨਾਨਕ ਪਾਤਸ਼ਾਹ ਉਹਨਾਂ ਦਾ ਹਿੱਤ ਕਰਨ ਵਾਲੇ ਹੈ, ਪ੍ਰੇਮ ਕਰਨ ਵਾਲੇ ਹੈ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਗਰੀਬ ਨਵਾਜ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਪੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ।
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੀ ਗੋਲੇ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।